जो बाहरले पासे छोटा जिहा संगमरमर दा पालकी ਸਾਹਿਬ ਬਣਿਆ ਹੋਇਆ है। इस स्थान से सतगुरु जी संगतां विच सुशोभित सन। सो एक वेरा पंडित सतगुरु जी के पास आया, आके बेनती की, कहन लगा जी कृपा करो, विद्या तो मैनू आप जी ने बड़ी बख्शी है, पर मैकी तौर पर मैं गरीब हाँ, गुजारा नहीं चलता। अपने पवित्र चरणों विच संगत विच बोलण दा समां बख्शो, जिस करके मैं अपने विचार सुना के संगतां विचों कुछ माया प्राप्त कर सकां, मेरा गुजारा हो सके। सतगुरु जी हमेशा ही मजलूमां नूं, गरीबां नूं, शरण आइआं नूं पालदे सी, पालदे अते पालदे रहणगे। पंडित नूं गरीब जाण के गुरु साहिब ने शरण दे दित्ते। पंडित कथा सुनाउण लगा, गुरु साहिब के चरणों का सेवक समझ के संगतां ने नाल नाल सेवा करनी आरंभ कर दिते। खालसा जी, 5 चीज़ां सहारनियां बड़ियां मुश्किल है। ये कोई भी मनुख बर्दाश्त कर लवे कि सतगुरु की उस ते अपार कृपा हो जाती है। एक तो जो शोभा है, महिमा है, प्रभता है, ये प्रभता बर्दाश्त करनी बड़ी औखी है। ਜਦੋਂ ਮਨੁੱਖ ਦੀ ਪ੍ਰਭਤਾ ਹੋਣ ਲੱਗ ਪਵੇ, ਉਦੋਂ ਦੂਜੇ ਮਨੁੱਖਾਂ ਨੂੰ ਅੱਖਾਂ ਦੇ ਤਲੇ ਨਹੀਂ ਲਿਆਉਂਦਾ, ਹੰਕਾਰੀ ਹੋ ਜਾਂਦਾ ਹੈ। ਇਹ ਬੜੀ ਮੁਸ਼ਕਿਲ ਹੈ ਸਹਾਰਨੀ। ਇੱਕ ਸ਼ਾਸਤਰ ਰੱਖ ਕੇ ਇਸ ਨੂੰ ਬਰਦਾਸ਼ਤ ਕਰਨਾ, ਇਹ ਵੀ ਬਹੁਤ ਮੁਸ਼ਕਿਲ ਹੈ। ਇੱਕ ਸਰੀਰ ਦੀ ਸੁੰਦਰਤਾ, ਇੱਕ ਸਰੀਰਕ ਬਲ ਤੇ ਇੱਕ ਕਰਾਮਾਤ, ਸ਼ਕਤੀ ਜਿਸ ਨੂੰ ਕਹੀਦਾ ਹੈ, ਇਹ ਚੀਜ਼ਾਂ ਜਰਾ ਜਰਾ ਮਾਤਰ ਹੋਣ ਲੱਗ ਪੈਣ, ਰਿੱਧੀ ਸਿੱਧੀ ਇੱਕ ਦੀ ਫੁਰ ਆਵੇ, उस वेले किसी का सिर दुखन ला दिता, किसी का हटा दिता, किसी के गोडे पीड़ किसी के हटा दी। इहो जिहा कामां विच मनुख पै जांदा, पर सिरे नहीं चढ़ सकता, अधवाटे रह जांदा, घाटा पैंदा। बचना चाहिए इस तो। होण नजीक खुदाए दे भेत ना किसी देण दे मां बाप अनुसार सिख का जीवन होना चाहिए। शरीर की सुंदरता होवे, जरा कणक वन्ना रंग किस दा होवे, उहनूं कहंदा कि कित्थों काला कट मत्थे लग गया, ਇਹ ਵੀ ਸਰੀਰ ਦੀ ਸ਼ੋਭਾ ਦਾ ਮਾਣ ਹੋ ਜਾਂਦਾ ਹੈ। ਇਸੇ ਤਰ੍ਹਾਂ ਲੋਕਾਂ ਵਿੱਚ ਪ੍ਰਭਤਾ ਹੋ ਜਾਣੀ, ਲੋਕਾਂ ਨੇ ਜਕਾਰੇ ਛੱਡਣੇ, ਮਾਣ ਹੋਣਾ, ਸੰਗਤਾਂ ਨੇ ਨਾਲ ਨਾਲ ਵਿਚਰਨਾ ਤੇ ਮਨ 'ਚ ਫੁਰਨੇ ਫੁਰ ਲੱਗ ਪੈਣੇ ਕਿ ਮੇਰੇ ਜਿੰਨੀ ਸੰਗਤ ਕਿਸੇ ਨਾਲ ਨਹੀਂ। ਇਹ ਵੀ ਇੱਕ ਹੰਕਾਰ ਦਾ ਰੂਪ ਧਾਰਨ ਕਰ ਜਾਂਦੀ ਹੈ। ਇਸੇ ਤਰ੍ਹਾਂ ਸ਼ਾਸਤਰ ਰੱਖ ਕੇ ਇਸ਼ਾਰੇ ਕਰ ਲੱਗ ਪੈਣਾ ਕਿ ਉਂਗਲੀ ਕੰਮ ਕਰਦੀ ਹੈ, ਪਤਾ ਉਦੋਂ ਲੱਗਦਾ ਸਕੰਜੇ 'ਚ ਫਸ ਜਾਂਦਾ ਹੈ। ਸੋ ਖਾਲਸਾ ਜੀ, ਇਸੇ ਤਰ੍ਹਾਂ ਹੀ ਸ਼ਕਤੀਆਂ ਆਰਕ ਤੋਂ ਬਚ ਕੇ ਰਹਿਣਾ ਗੁਰੂ ਕੇ ਸਿੱਖ ਨੂੰ ਚਾਹੀਦਾ ਹੈ। ਪਰ ਜੇ 5 ਚੀਜ਼ਾਂ ਪ੍ਰਾਪਤ ਹੋ ਕੇ ਫੇਰ ਬਰਦਾਸ਼ਤ ਕਰ ਜਾਵੇ, ਉਸ 'ਤੇ ਅਕਾਲ ਪੁਰਖ ਪਰਮੇਸ਼ਰ ਦੀ ਬੜੀ ਭਾਰੀ ਕਿਰਪਾਲਤਾ ਹੁੰਦੀ ਹੈ। ਉਹ ਪੰਡਿਤ ਨੂੰ ਜਦੋਂ ਮਾਇਆ ਮੱਥਾ ਟੇਕਣ ਲੱਗ ਪਈ, ਸੰਗਤਾਂ ਸਤਿਕਾਰ ਦੇਣ ਲੱਗ ਪਈਆਂ, ਹੰਕਾਰ ਹੋ ਗਿਆ, ਮਨ ਵਿੱਚ ਫੁਰਨਾ ਬਣਿਆ, ਜੇ ਮੈਂ ਗੁਰੂ ਕੇ ਦਰਬਾਰ ਵਿੱਚ ਨਾ ਜਾਵਾਂ ਤੇ ਗੁਰੂ ਘਰ ਵਿੱਚ ਸੰਗਤ ਆਉਣੋਂ ਹਟ ਜਾਵੇਗੀ, ਮੇਰੇ ਕਰਕੇ ਹੀ ਆਉਂਦੀ ਹੈ। ਸੰਗਰਾਂਦ ਦਾ ਦਿਨ ਆਇਆ। ਪੰਡਿਤ ਦਾ ਘਰ ਭਾਈ ਸਾਲੋ ਜੀ ਦਾ ਜਿੱਥੇ ਟੋਭਾ ਹੈ, ਉੱਥੇ ਰਿਹਾ ਕਰਦਾ ਸੀ, ਉੱਥੇ ਲਾਗੇ ਸੀ ਕਿਤੇ। ਨਾ ਆਇਆ ਸੰਗਰਾਂਦ ਦੇ ਦਿਨ। ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖਾਂ ਨੂੰ ਭੇਜਿਆ ਕਿ ਜਾਓ ਗੁਰਮੁਖੋ ਪੰਡਿਤ ਨੂੰ ਲੈ ਕੇ ਆਓ, ਕਥਾ ਸੁਣਾਵੇ। ਪੰਡਿਤ ਕੋਲੇ ਗਏ, ਕਹਿਣ ਲੱਗਾ ਤੁਸੀਂ ਕਿਹੜਾ ਮੇਰੇ ਸਿੱਖ ਹੋ। अन्य कबीर जी ने करड़ा उत्तर दिता ना, कबीर बामण गुरु है जगत का, भगतन का गुर ना है, अर्ज उर्ज का पच मुआ चारों बेदों माहे। इस वास्ते कबीर जी ने ठोस उत्तरे ने बामणा नूं दिते है। जदों ना आया, बाबा बुढ़ा जी नूं आके सिख ने बेनती की, वो तो हंकार दे बचन कहंदा है। चोजी प्रीतम शहीदां दे सरताज श्री गुरु अर्जन देव सच्चे पातशाह जी आके संगत विच स्थित होए। ਨੂਰੀ ਚਿਹਰਾ ਹੈ, ਪ੍ਰਕਾਸ਼ ਜਲਾਲ ਹੈ। ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਆਗਿਆ ਹੋਵੇ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਸਤਿਗੁਰ ਸੱਚੇ ਪਾਤਸ਼ਾਹ ਇਸ ਤਰ੍ਹਾਂ ਸ਼ੋਭਾ ਪਾ ਰਹੇ ਹੈ ਜਿਵੇਂ ਸੂਰਜ ਨੂੰ ਵੇਖ ਕੇ ਕਵਲ ਖੁਸ਼ ਹੁੰਦਾ ਹੈ। ਸੋ ਇਸੇ ਤਰ੍ਹਾਂ ਹੀ ਨਿਰਕਲੰਕ ਸੂਰਜ ਦੀ ਤਰ੍ਹਾਂ ਸਤਿਗੁਰੂ ਜੀ ਬਿਰਾਜਮਾਨ ਹਨ। ਜਿਵੇਂ ਸੂਰਜ ਨੂੰ ਵੇਖ ਕੇ ਉੱਲੂਆਂ ਦੀ ਨਿਗਾਹ ਬੰਦ ਹੋ ਜਾਂਦੀ ਹੈ, ਚੋਰ ਆਲਕ ਲੁਕ ਛਿਪ ਕੇ ਬੈਠ ਜਾਂਦੇ ਹਨ ਕਿ ਸਾਨੂੰ ਕੋਈ ਪੁਲਿਸ ਵਾਲਾ ਪਕੜ ਨਾ ਲਵੇ, ਇਸੇ ਤਰ੍ਹਾਂ ਜਿਵੇਂ ਕਵਲ ਖਿੜ ਜਾਂਦਾ ਹੈ, ਗੁਰਸਿੱਖਾਂ ਦੇ ਹਿਰਦੇ ਰੂਪੀ ਕਵਲ ਜਿਹੜੇ ਹੈ
ਉਹ ਖਾਲਸਾ ਜੀ ਖਿੜ ਗਏ ਹਨ। ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਡਾਕੂ ਚੋਰ ਹਨ ਇਹ ਛਪ ਗਏ ਹਨ। ਸੋ ਐਸਾ ਸਿੱਖਾਂ ਦੇ ਮਨ ਦੇ ਉੱਪਰ ਪ੍ਰਭਾਵ ਪੈ ਰਿਹਾ, ਪ੍ਰਸੰਨ ਹੋ ਰਹੇ ਹਨ। ਵਿਸ਼ੇ ਵਿਸ਼ੈਣੀ ਬੁੱਧ ਰੂਪ ਜਿਹੜੀ ਕਵੀ ਹੈ ਇਹ ਵੀ ਖਾਲਸਾ ਜੀ ਉਸ ਵੇਲੇ ਬੰਦ ਹੋ ਗਈ। ਜਿਵੇਂ ਕਵੀਆਂ ਸੂਰਜ ਨੂੰ ਵੇਖ ਕੇ ਮਿਟ ਜਾਂਦੀਆਂ, ਬੰਦ ਹੋ ਜਾਂਦੀਆਂ, ਇਸੇ ਤਰ੍ਹਾਂ ਵਿਸ਼ੇ ਵਿਸ਼ੈਣੀ ਰੂਪ ਬੁੱਧੀਆਂ ਜਿਹੜੀਆਂ ਕਵੀਆਂ ਹਨ ਉਹ ਵੀ ਬੰਦ ਹੋ ਗਈਆਂ। ਹਿਰਦੇ ਰੂਪੀ ਕਵਲ ਖਿੜ ਗਏ ਹਨ। ਜਾਂ ਜਿਵੇਂ ਚੰਦਰਮਾ ਨੂੰ ਵੇਖ ਕੇ ਕਵੀਆਂ ਖਿੜ ਜਾਂਦੀਆਂ ਹੈ, ਪ੍ਰਸੰਨ ਹੋ ਜਾਂਦੀਆਂ, ਤਪਸ਼ ਮਿਟ ਜਾਂਦੀ ਹੈ, ਦੂਰ ਹੋ ਜਾਂਦੀ ਹੈ ਹਨੇਰਾ। ਸੋ ਖਾਲਸਾ ਜੀ ਸ਼ਾਂਤੀ ਵਰਤ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨੇਕ ਕਲੰਕ ਚੰਦਰਮਾ ਸਰੀਖੇ ਚਿਹਰੇ ਨੂੰ ਤੱਕ ਕਰਕੇ ਗੁਰਸਿੱਖਾਂ ਦੀਆਂ ਜਿਹੜੀਆਂ ਬੁੱਧੀ ਰੂਪ ਕਵੀਆਂ ਉਹ ਪ੍ਰਸੰਨ ਹੋ ਗਈਆਂ ਹਨ। ਅਗਿਆਨ ਰੂਪੀ ਸੂਰਜ ਮਿਟ ਗਿਆ ਹੈ। ਤ੍ਰਿਸ਼ਨਾ ਰੂਪੀ ਅੱਗ ਦੀ ਜਿਹੜੀ ਤਪਸ਼ ਸੀ ਉਹ ਮਾਤ ਪੈ ਗਈ ਹੈ। ਸ਼ਾਂਤੀ ਰੂਪ ਠੰਡ ਪ੍ਰਾਪਤ ਹੋ ਗਈ ਹੈ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਉੱਪਰ ਬਖਸ਼ਿਸ਼ ਕਰ ਰਹੇ ਹਨ। ਸੂਰਜ ਰੂਪ ਹੋ ਕਰਕੇ ਤਾਂ ਅਵਿਦਿਆ ਰੂਪੀ ਹਨੇਰੇ ਨੂੰ ਚੱਕ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਿੱਖਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਵਿਕਾਰਾਂ ਰੂਪੀ ਤਾਰੇ ਜਿਹੜੇ ਡਲਕਾਂ ਮਾਰ ਰਹੇ ਸੀ ਉਹ ਦੂਰ ਕਰ ਦਿੱਤਾ ਹੈ। ਅਗਿਆਨ ਦਾ ਹਨੇਰਾ ਮੇਟ ਦਿੱਤਾ ਹੈ। ਐਸੀ ਕਿਰਪਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਕਰ ਰਹੇ ਸੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਹੁਕਮ ਹੋਵੇ ਤੇ ਮੈਂ ਬੇਨਤੀ ਕਰਾਂ। ਮਹਾਰਾਜ ਕਹਿਣਗੇ ਆਪ ਬਜ਼ੁਰਗ ਹੋ ਬਾਬਾ ਜੀ, ਬੈਠੇ ਬੇਨਤੀ ਕਰੋ। ਪਰ ਨਹੀਂ, ਇਹ ਪਰਪਾਟੀ ਕਾਇਮ ਕਰਨੀ ਸੀ। ਅੱਜ ਕੱਲ੍ਹ ਵੱਖਰੀ ਗੱਲ ਹੈ ਕਿ ਹੰਕਾਰੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਜਾਣ ਦੇ ਟਾਈਮ ਤੇ ਜੁੱਤੀਆਂ ਪਾ ਕੇ ਖੜੇ ਰਹਿੰਦੇ ਜਾਂ ਬੈਠੇ ਹੀ ਰਹਿੰਦੇ ਹੈ, ਹੰਕਾਰ ਕਰਦੇ ਹੈ। ਪਰ ਗੁਰਸਿੱਖ ਨੂੰ ਹੁਕਮ ਹੈ, ਇਹ ਸਿੱਖਿਆ ਹੈ ਕਿ ਭਾਈ ਜਦੋਂ ਗੁਰੂ ਦਾ ਸਰੂਪ ਜਾਵੇ ਉਸ ਵੇਲੇ ਉੱਠ ਕੇ ਸਾਵਧਾਨ ਹੋ ਕੇ ਗਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਸਤਿਗੁਰੂ ਦੇ ਅਵ ਸਤਿਕਾਰ 'ਚ ਖੜਿਆ ਹੋਣਾ। ਮਾਣ ਤੇ ਹੰਕਾਰ ਨਾਲ ਬੈਠੇ ਨਹੀਂ ਰਹਿਣਾ। ਬਾਬਾ ਬੁੱਢਾ ਜੀ ਨੇ ਸਤਿਗੁਰੂ ਦਾ ਹੁਕਮ ਮੰਨ ਕੇ ਬੇਨਤੀ ਕੀਤੀ, ਹੱਥ ਜੋੜ ਕੇ ਕਿਹਾ ਕਿ ਸੱਚੇ ਪਾਤਸ਼ਾਹ ਜਿਵੇਂ ਵਿਆਹਾਂ ਦੇ ਟਾਈਮ ਤੇ ਬੀਬੀਆਂ ਘੋੜੀਆਂ ਗਾਉਂਦੀਆਂ, ਆਪ ਜੀ ਨੇ ਚੌਥੇ ਸਰੂਪ ਵਿੱਚ ਘੋੜੀਆਂ ਉਚਾਰਨ ਕਰਕੇ ਇਸ ਵਿਵਹਾਰ ਨੂੰ ਪਰਮਾਰਥ 'ਚ ਤਬਦੀਲ ਕੀਤਾ ਹੈ। ਮਰਨ ਆਰਕ ਤੇ ਅਲਾਣੀਆਂ ਦਾ ਪਾਠ ਬਖਸ਼ਿਸ਼ ਕਰ ਦਿੱਤੀ ਹੈ। ਵਿਆਹ ਆਰਕ ਦੇ ਟਾਈਮ ਤੇ ਆਨੰਦ ਕਾਰਜ ਦੇ ਸਮੇਂ ਤੇ ਲਾਵਾਂ ਆਪ ਜੀ ਨੇ ਬਖਸ਼ਿਸ਼ ਕਰ ਦਿੱਤੀਆਂ। ਕਿ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਵਿੱਚ ਇਹ ਅਸੀਂ ਮਹੀਨੇ ਦੀ ਕਥਾ ਸੁਣਨ ਵਾਸਤੇ ਇਹਨਾਂ ਬਾਹਮਣਾਂ ਦੇ ਪਿੱਛੇ ਤੁਰੇ ਫਿਰਾਂਗੇ। ਕੀ ਪਤਾ ਕਦੋਂ ਲੋਹੇ ਦਾ ਥਣ ਬਣ ਕੇ ਇਹਨਾਂ ਨੇ ਬੈਠ ਜਾਣਾ। ਕਿਰਪਾ ਕਰੋ, ਬਖਸ਼ਿਸ਼ ਕਰੋ। ਆਪ ਜੀ 12 ਮਾਹਾਂ ਦੀ ਬਾਣੀ ਉਚਾਰਨ ਕਰੋ। ਉਸ ਵੇਲੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਬਾਬਾ ਜੀ ਅਸੀਂ ਪਹਿਲੇ ਸਰੂਪ ਵਿੱਚ ਤੁਖਾਰੀ ਰਾਗ ਵਿੱਚ 12 ਮਾਹਾਂ ਉਚਾਰਨ ਕੀਤਾ, ਉਹ ਸੁਣ ਲਿਆ ਕਰੋ। ਉਸ ਵੇਲੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੋ ਆਪ ਜੀ ਨੇ ਪਹਿਲੇ ਰੂਪ ਵਿੱਚ ਬਾਣੀ ਉਚਾਰੀ ਹੈ ਉਸ ਵਿੱਚ ਬੜਾ ਭਾਰੀ ਕੁਝ ਭੇਦ ਆਪ ਜੀ ਨੇ ਰੱਖੇ, ਬੜੇ ਡੂੰਘੇ ਪ੍ਰਕਰਨ ਰੱਖੇ ਹੋਏ ਹਨ। ਕਲਯੁਗੀ ਜੀਵਾਂ ਦੀ ਬੁੱਧ ਇੰਨੀ ਸਵੱਛ ਨਹੀਂ ਜੇ ਜਿਨ੍ਹਾਂ ਦੇ ਸੁਣਨ ਮਾਤਰ ਸੇ ਅਰਥ ਦਾ ਪਤਾ ਲੱਗ ਸਕੇ। ਕਿਰਪਾ ਕਰੋ, ਸੁਖੈਨ ਰੂਪ ਵਿੱਚ ਬਾਣੀ ਉਚਾਰਨ ਕਰੋ। ਉਸ ਵੇਲੇ ਬਾਬਾ ਜੀ ਨੇ ਕਿਹਾ ਸ਼ਾਬਾਸ਼ ਹੈ ਬਾਬਾ ਜੀ, ਪਰ ਉਪਕਾਰ ਨਿਤ ਚਿਤਵ ਤੇ ਨਾ ਹੀ ਕਛ ਪੋਚ। ਹਮੇਸ਼ਾ ਹੀ ਗੁਰਸਿੱਖ ਭਲਾ ਮੰਗਦੇ ਸਾਰਿਆਂ ਦਾ। ਤੁਸੀਂ ਬੜਾ ਚੰਗਾ ਕੰਮ ਕੀਤਾ, ਮੌਕੇ ਤੇ ਆਣ ਕੇ ਬੇਨਤੀ ਕੀਤੀ ਹੈ। ਸੰਗਤ ਟਿਕਾ ਨਾਲ ਬੈਠੋ। ਸੋ ਸਾਰਿਆਂ ਦੇ ਭਲੇ ਵਾਸਤੇ ਅਕਾਲ ਪੁਰਖ ਵੱਲੋਂ ਜੋ ਸਾਨੂੰ ਹੁਕਮ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਉਹ ਆਪ ਹੁਣ ਸਰਵਣ ਕਰੋ। ਉਸ ਵੇਲੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਦਾ ਹੁਕਮ ਮੰਨ ਕੇ ਜੋ ਬਾਹਰਲੇ ਪਾਸੇ ਸੰਗਮਰਮਰ ਦਾ ਛੋਟਾ ਜਿਹਾ ਪਾਲਕੀ ਸਾਹਿਬ, ਉੱਥੇ ਮਹਾਰਾਜ ਉਸ ਵੇਲੇ ਬਿਰਾਜਮਾਨ ਸਨ, ਸੰਗਤਾਂ ਵਿੱਚ ਸੁਸ਼ੋਭਿਤ ਸਨ। ਸੋ ਸਤਿਗੁਰੂ ਜੀ ਨੇ ਇਹ ਪਵਿੱਤਰ 12 ਮਾਹਾਂ ਦੀ ਬਾਣੀ ਬਾਬਾ ਬੁੱਢਾ ਸਾਹਿਬ ਦੀ ਬੇਨਤੀ ਮੰਨ ਕੇ ਤੇ ਪੰਡਤ ਦੀ ਕੁਟਲਤਾਈ ਜਾਣ ਕੇ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ, ਪੰਡਤ ਦਾ ਪਖੰਡ ਉਘੇੜਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਾਵਣ ਦਾ ਮਹੀਨਾ ਅੱਗੇ ਸੰਪੂਰਨ ਹੋਇਆ। ਅੱਜ ਦੇ ਦਿਨ ਭਾਦਰੋਂ ਦਾ ਮਹੀਨਾ ਆਰੰਭ ਹੋਣ ਲੱਗਾ ਹੈ। ਸਾਵਣ ਦੇ ਮਹੀਨੇ ਦੁਆਰਾ ਹੁਕਮ ਕੀਤਾ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਇਹਦੇ ਵਿੱਚ ਪਖੰਡੀਆਂ ਦਾ ਪਖੰਡ ਉਘੇੜਿਆ ਸਾਵਣ ਦੇ ਮਹੀਨੇ ਵਿੱਚ ਹੀ। ਅੱਜ ਕੱਲ੍ਹ ਵੀ ਸਰਸੇ ਦੇ ਵਿੱਚ ਕੁਝ ਕੁ ਪਖੰਡੀ ਬੈਠੇ ਹੈ, ਕੁਝ ਆ ਬਿਆਸ ਤੇ ਡੇਰਾ ਲਾਈ ਬੈਠੇ ਹੈ, ਕੁਝ ਦਿੱਲੀ ਵਿੱਚ ਬੈਠੇ ਆ। ਘੋੜਾ ਤਾਂ ਚਲਿਆ ਗਿਆ, ਵਛੇਰਾ ਰਹਿ ਗਿਆ,
हो सकता कोई भाई बिधी चंद होर जम के भी काम पूरा करे। ये तो गुरु दे वस है, गुरु कराउण वाला है। सो खालसा जी जेड़े कहंदे है कि सरसे सज्जन संत प्यारे, कहंदे जेड़े प्यारे सज्जन है ना सरसे विच ही पैदा होए है, बाकी पता नहीं सारे दुप्यारे ही है। आ बाबा खड़क सिंह जी इत्थे रहिंदे है, ये भी अपने लागे इत्थे अमृतसर के जिले च जमे है। संत बाबा करतार सिंह जी खालसा जिन्हों की बरसी मना रहे हैं, वो भी अमृतसर की जमे है जिले च। बाबा सोहन सिंह जी विधि चिंदगे भी इत्थे जमे है। भाई महा सिंह वर्गे महाबली भी, होर गुरमुख प्यारे सुखा सिंह महताब सिंह वर्गे, होर बेअंत ऐसे महापुरख बाबा वीर विक्रमाजीत सिंह जी वर्गे, होर ऐसे बेअंत महापुरख है बाबा श्याम सिंह जी जिन्हों ने 70 साल तो उपर समा सरंदे द्वारा कीर्तन के रूप में हरमंदर साहिब च टेके पूर्ण महापुरख जो ब्रह्म ज्ञानी सी उन्होंने सेवा की। हुण सरसे वाले कहते जिहड़ा सरसे संत जमे है वो ही पूरा, बाकी सारे ही अधूरे है। पर जे भला उन्होंने मगर ला के मन लीए, हुण वो कह दिता कि सरसे च संत जमे है वो तो चंगे है ते गुरु नूं प्यारे है। ते शब्द पहला आ चुका अज दे महीने तो पहली संग्रांद ते बचन आया है सावण सरसी कामणी। हुण सारे संत तो छड़े मलंग है नहीं, कई व्याहे भी है। संत बाबा गुरबचन सिंह जी खालसा महापुरख भी व्याहे सी, संत बाबा करतार सिंह जी खालसा महापुरख भी व्याहे सी, उन्हां तो अगे भी यही परपाटी है। ते इहदे बाणी च लिखिया होया है कि सावण सरसी कामणी। हुण सरसा शहर तो सुनिया है, सरसी शहर किते नहीं सुनिया। ते फिर जिहड़ियां उन्हां संतां दे घरां वालियां वो किहड़े शहर च जम्मियां होईयां, ते हो सकदा सरसे वाले भी विआहे होण। मैं जाके आया सरसे पिछे जे थोड़ा चिर ही होया ते पता लगा सी एक पिंड च ओहदा नाम पिंड दा दमदमा नाम है, पिंड दा रखिया होया इन्हां नामधारी वीरां ने। ते उत्थे कथा कर लगे, मैनू कहण लगे आखे जी सरसे वाले ने उल्ट ना बोलिया। मैं की गल? कहंदे जी सरसे वाले इत्थे विआहे होए है, नाल ही उन्हां दे सहुरियां दा घर है। ते बाणी च आया सावण सरसी कामणी, वो जम्मे सरसे च है ते विआहे दमदमे है। ते सरसी शहर च तां विआहे नहीं, घर वाली संतनी फिर किवें बन गई? इन्ना पखंड, इन्ना सरासर झूठ, इन्हां चीज़ों तो बच के रहना चाहिए है। गुरु की बाणी दे अर्थ है वो सही गुरमत मुताबिक सीखने चाहिए है। सावण सो जेड़े सरसे वाले बचन कहा है वो सरसे सज्जन संत प्यारे, सरसे शहर का वाचक नहीं। सा नाम है सहत का, रस नाम है प्रेम का, रस का। जेड़े सहत प्रेम रस के संत महात्मा है वो परमेश्वर नूं प्यारे है, चाहे जम्मिया भावें कोई भी किते है। कबीर जलाए दे घरे जम्मिया, रविदास चमियारे दे घरे जम्मिया, सैन जी नाइयां दे घरे जम्मे, धन्ना जट्टां दे घरे जम्मिया, बाल्मीक हरिजन दे घरे जम्मिया। ते वेसवा बारे तुसीं आप ही अंदाजा ला लिओ, सदना कसाई रूप हो के जम्मिया। पर जदों सारियां ने पापां दा त्याग कीता ते गुरमत विच आए, गुरु की सिੱਖੀ धारण की, तो सहत रस दे सरसे प्यारे हो गए। सो खालसा जी रहो विचारे इस पास्यों। भादरों के महीने द्वारा गुरु साहब जो उत्तर दिंदे सूक्ष्म रूप में सुनो। पादुए परम पुलाणिया, सतगुरु जी कहते पादुए परम पुलाणिया, पादुए पाठ नहीं, ददे नूं दलैंकड़े होण ते दूए बनदा औंकड़ है। एक एक सियारी बिहारी नाल बहुत फर्क पैंदा है। ये टकसाल तो चली इत्थों है दमदमे वाली, जिन्हों हुण पिंडरां वाली कह के याद किया जाता है। सतगुरु जी विराजे हुए सी, उस वेले सिख ने पंक्ति पढ़ दी सी, करते की मित करता जाना, कह जाना गुरसूरा। शुद्ध पाठ है दखणी ओंकार विच आउंदा है, जो नर्मदा नदी के कंढे ते मांडले दे शहर विच सतगुरु जी पहुंचे है, जिथों के भाई गुरदयाल सिंह जी अज अपने विच विराजमान मियान संगत विच बैठे है, जिन्हों ने भाई सुच्चा सिंह जी दुर्ग वालियां दा सारा केस अपनी जिम्मेवारी ते लड़के ते जित प्राप्त की है। ये गुरु प्यारे भी उस शहर मांडले विच रह रहे हैं। दोपहर के टाइम
ਉਹ ਵੀ ਸੰਗਤ ਦੇ ਦਰਸ਼ਨ ਕਰਨਗੇ, ਸੰਗਤ ਉਹਨਾਂ ਦੇ ਕਰੇਗੀ। ਉੱਥੇ ਸਤਿਗੁਰੂ ਜੀ ਪਹੁੰਚੇ ਹੋਏ ਸੀ। ਉੱਥੇ ਸੱਚੇ ਪਾਤਸ਼ਾਹ ਜੀ ਨੇ, ਜੋ ਗੁਰੂ ਨਾਨਕ ਦੇਵ ਜੀ ਭੂਆ ਦੇ ਪੁੱਤਰ ਗੁਰਮ ਪਿਆਰੇ ਸਨ, ਉਹਨਾਂ ਦੇ ਬਾਬਾ ਰਾਮ ਥੰਮਣ ਜੀ, ਉਹ ਉਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹੈ। ਉੱਥੇ ਸੋ ਸਤਿਗੁਰੂ ਜੀ ਨੇ ਉਹਨਾਂ ਦੇ ਪ੍ਰਥਾਏ ਵਡਹੰਸ ਰਾਗ ਦਾ ਦੂਜਾ ਸ਼ਬਦ ਆ, ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਤਾਰੇ ਜੇਵੜਾ ਤੈਨੂੰ ਲੋਭੀ ਲੋਭ ਲਭਾਇਆ। ਉਹਨਾਂ ਦੇ ਪ੍ਰਥਾਏ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਚਾਰਿਆ ਸੀ, ਬਖਸ਼ਿਸ਼ ਕੀਤੀ ਸੀ। ਤੇ ਦੱਖਣੀ ਓਂਕਾਰ ਦੀ ਬਾਣੀ ਵੀ ਉਹਨਾਂ ਦੇ ਮਿਲਾਪ ਵਿੱਚ ਹੋਰ ਵੀ ਪਿਆਰੇ ਮਿਲੇ ਹੈ। ਇਸ ਪਾਸੇ ਨਾ ਪਾਉਣਾ, ਟਾਈਮ ਹੋ ਗਿਆ ਹੈ, ਥੋੜਾ ਟਾਈਮ ਬਾਕੀ ਰਹਿੰਦਾ ਹੈ, ਸ਼ਬਦ ਦੀ ਕਥਾ ਵੀ ਪੂਰੀ ਕਰਨੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ। ਉਸ ਬਾਣੀ ਦਾ ਜਾਪ ਆਨੰਦਪੁਰ ਦੀ ਥੇੜੀ ਤੇ ਸਿੱਖ ਸਿੰਘ ਪੜ੍ਹ ਰਿਹਾ ਸੀ। ਸੋ ਇਸ ਪੰਕਤੀ ਨੂੰ ਪੜ੍ਹਦਿਆਂ ਉਹਨੇ ਇਹ ਉਚਾਰਨ ਵਿੱਚ ਕਹਿ ਦਿੱਤਾ, ਕਰਤੇ ਕੀ ਮਿੱਤ ਕਰਤਾ ਜਾਣਾ ਕੇ ਜਾਣਾ। ਕੈ ਦੇ ਥਾਂ ਕੇ ਅੱਖਰ ਵਰਤਿਆ, ਦਲਾਵਾਂ ਦੇ ਥਾਂ ਲਾ ਦਿੱਤੀ। ਸਤਿਗੁਰੂ ਨੇ ਉਸ ਵੇਲੇ ਆਵਾਜ਼ ਦਿੱਤੀ, ਸਿੰਘ ਮਸਤੀ ਜਾਪ ਕਰ ਰਿਹਾ ਸੀ, ਸੁਣੀ ਨਾਲ। ਸਤਿਗੁਰੂ ਨੇ ਚਪੇੜਾਂ ਮਰਵਾਈਆਂ। ਸਿੱਖ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਹੁਕਮ ਹੈ, ਨਾਮ ਸੁਣਿਆ ਜਾਂ ਦੂਰੋਂ ਭਾਗਾ, ਮੱਤ ਮਾਰੇ ਹਰ ਜੀਓ ਬੇਪਰਵਾਹ ਏ। ਇੱਥੇ ਕੁੱਟ ਪੈਂਦੀ ਹੈ, ਆਪ ਜੀ ਦਾ ਹੁਕਮ ਜਮਦੂਤ ਦੂਰ ਹੋਵੇਗਾ। ਮਹਾਰਾਜ ਨੇ ਅੰਗ ਆਪਣਾ ਕੀਤਾ ਕਿ ਸਿੰਘਾ ਤੈਨੂੰ ਚਪੇੜ ਵੱਜੀ ਦੀ ਪੀੜ ਹੈ, ਕਿ ਸਾਡੇ ਅੰਗ ਕੱਟੇ ਦੀ ਤੈਨੂੰ ਕੋਈ ਪੀੜ ਨਹੀਂ। ਉਸ ਵੇਲੇ ਸਿੱਖ ਚਰਨੀ ਪਿਆ। ਭਾਈ ਦਇਆ ਸਿੰਘ ਜੀ ਕੋਲ ਖੜੇ ਸੀ ਪਹਿਰੇ ਤੇ, ਮਹਾਬਲੀ ਸੂਰਮੇ। ਸ੍ਰੀ ਸਾਹਿਬ 3.5 ਫੁੱਟੀ ਗਾਤਰੇ ਹੈ। ਹੁਣ ਤਾਂ ਕਹਿੰਦੇ ਕੰਘੇ ਵਾਲੀ ਨਾਲ ਹੀ ਸਾਰ ਲੈਂਦੇ ਹੈ, ਪਰ ਦੇਗ ਦੇ ਵਿੱਚ ਭੇਟਾ ਕਰਨੀਆਂ ਪ੍ਰਸ਼ਾਦ ਵਿੱਚ। ਕਿਤੇ ਕੰਘੇ ਵਾਲੇ ਨੂੰ ਕਹਿ ਕੇ ਵੇਖਿਓ, ਰੱਬ ਨਾ ਕਰੇ ਕਿਤੇ ਕੰਘੇ ਵਾਲੀ ਕਿਰਪਾਨ ਹੱਥ 'ਚ ਛੁੱਟ ਜਾਵੇ ਤੇ ਪ੍ਰਸ਼ਾਦ 'ਚ ਹੀ ਘੁਲ ਮਿਲ ਜਾਵੇਗੀ। ਖਾ ਕੇ ਭਾਵੇਂ ਲੱਭੇ ਛਾਕੇ, ਉਸ ਤਰ੍ਹਾਂ ਤਾਂ ਲੱਭਣੀ ਨਹੀਂ। ਘੱਟ ਤੋਂ ਘੱਟ 9 ਇੰਚ ਪਹਿਨਣੀ ਚਾਹੀਦੀ ਹੈ, ਵੱਡੀ ਭਾਵੇਂ ਜਿੰਨੀ ਮਰਜ਼ੀ ਪਹਿਨੋ। ਸੋ ਭਾਈ ਦਇਆ ਸਿੰਘ ਜੀ ਸ਼ਸਤਰ ਧਾਰੀ ਪਹਿਰੇ ਤੇ ਖੜੇ ਹੈ, ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਜੀ ਅਰਥਾਂ ਤੋਂ ਬਿਨਾਂ ਗੁਰਬਾਣੀ ਸੁੱਧ ਨਹੀਂ ਪੜ੍ਹੀ ਜਾ ਸਕਦੀ, ਕਿਰਪਾ ਕਰਕੇ ਅਰਥ ਪੜ੍ਹਾਵੋ। ਹੱਥ ਜੋੜ ਕੇ ਭਾਈ ਦਇਆ ਸਿੰਘ ਨੇ ਜਿਸ ਵੇਲੇ ਕਿਹਾ, ਕਲਗੀਧਰ ਜੀ ਨੇ ਉੱਤਰ ਦਿੱਤਾ, ਸਿੰਘਾ ਹੁਣ ਜੰਗਾਂ ਯੁੱਧਾਂ ਦਾ ਟਾਈਮ ਹੈ, ਅਸੀਂ ਤੁਹਾਡੇ ਨਾਲ ਵਚਨਬੱਧ ਹਾਂ। ਕਹੇ ਅਸੀਂ ਵੀ ਦਿੰਦੇ ਅੱਜ ਕੱਲ੍ਹ, ਅਸੀਂ ਵਚਨਬੱਧ ਹੈ, ਅਸੀਂ ਫਲਾਨਾ ਕੁਝ ਹਾਂ, ਪਰ ਪਤਾ ਨਹੀਂ ਕਦੋਂ ਜੂਸ ਮੂੰਹ ਵਿੱਚ ਦੀ ਲੰਘ ਜਾਣਾ ਹੈ। ਕਿਤੇ ਸ਼ਾਇਦ ਨਾ ਲੰਘੇ, ਕੰਮ ਕਰੜਾ ਜਿਹਾ ਪਿੱਛੇ ਤਾਂ ਲੰਘਦਾ ਰਿਹਾ, ਪਰਨ ਕਰਕੇ ਫਿਰ ਵੀ ਵਿਗਾੜ ਪੈਂਦਾ ਰਿਹਾ। ਉਸ ਵੇਲੇ ਗੁਰੂ ਸਾਹਿਬ ਨੇ ਕਿਹਾ, ਭਾਈ ਦਇਆ ਸਿੰਘ ਅਸੀਂ ਤੁਹਾਡੇ ਨਾਲ ਵਚਨਬੱਧ ਹਾਂ, ਸਮਾਂ ਆਵੇਗਾ ਜੰਗ ਤੋਂ ਵਿਹਲੇ ਹੋ ਕੇ ਤੁਹਾਨੂੰ ਗੁਰੂ ਕੀ ਬਾਣੀ ਦੇ ਅਰਥ ਸਿਖਾਵਾਂਗੇ। ਸੋ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਪਹੁੰਚ ਕੇ ਧੀਰ ਮਲ ਦੀ ਕੁੱਟਣ ਨੀਤੀ ਨੂੰ ਪ੍ਰਗਟ ਕਰਨ ਵਾਸਤੇ ਜਦੋਂ ਸਰੂਪ ਨਹੀਂ ਸੀ ਦਿੱਤਾ, 25 ਸਿੰਘ ਕਰਤਾਰਪੁਰ ਤੋਂ ਲੈਣ ਆਏ ਸੀ, ਦਇਆ ਸਿੰਘ ਦੇ ਸਮੇਤ ਵਾਪਸ ਮੋੜ ਦਿੱਤੇ। ਤਾਨਾ ਮਾਰਿਆ ਸੀ, ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕੰਠੋਂ ਕਿਉਂ ਨਹੀਂ ਉਚਾਰਨ ਕਰ ਲੈਂਦੇ। ਧੰਨ ਮੇਰੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਜੋ ਤੋਹਾ ਜੁਗਤ ਸਾਇ ਸਕਾਇਆ, ਫੇਰ ਪਲਟ ਗਏ ਨੂੰ ਦੁਨੀਆ ਦੇ ਵਿੱਚ ਹੋਰ ਪ੍ਰਭਾਵ ਪੂਰਕ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਵੀਰ ਆਸਣ ਲਾਇਆ। ਭਾਈ ਮਨੀ ਸਿੰਘ ਬੰਦ ਕਟਵਾਉਣ ਵਾਲੇ ਮਹਾਬਲੀ ਜੋਧੇ ਟਕਸਾਲ ਦੇ ਮੁਖੀ ਨੂੰ ਸੇਵਾ ਸੌਂਪੀ। ਭਾਵੇਂ ਸੇਵਾ ਦੇ ਟਾਈਮ ਤੇ ਬੇਨਤੀ ਕੀਤੀ ਗਈ, ਪਿਤਾ ਜੀ ਇੰਨੀ ਛੇਤੀ ਕਲਮ ਮੈਂ ਕਿਵੇਂ ਚਲਾਵਾਂਗਾ। ਉਸ ਵੇਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮਾਣ ਮਿਲਣਾ, ਕਲਮ ਆਪਣੇ ਆਪ ਅਕਾਲ ਪੁਰਖ ਦੀ ਕਿਰਪਾ ਨਾਲ ਚੱਲੇਗੀ। ਉਸ ਵੇਲੇ ਭਾਈ ਮਨੀ ਸਿੰਘ ਜੀ ਇਕਾਗਰਮਨ ਹੋ ਕੇ ਬੈਠ ਗਏ। ਗੁਰੂ ਸਾਹਿਬ ਵੀਰ ਆਸਨ ਹੋ ਕੇ, ਚੌਕੜਾ ਮਾਰ ਕੇ ਨਹੀਂ, ਚੋਜੀ ਪ੍ਰੀਤ ਨੇ ਵੀਰ ਆਸਨ ਹੋ ਕੇ ਬਾਣੀ ਉਚਾਰੀ ਹੈ। ਵੀਰ ਆਸਨ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਹੈ। ਵੀਰ ਆਸਨ ਹੋ ਕੇ ਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਇੱਕ ਇੱਕ ਅੱਖਰ ਸਿਹਾਰੀ ਬਿਹਾਰੀ ਔਂਕੜ ਦੁਲੈਂਕੜੇ ਬਿੰਦੀ ਆਰਕ ਉਚਾਰਨ ਕੀਤਾ ਹੈ। ਇੱਕ ਵੀ ਲਗ ਮਾਤਰ ਦਾ ਫਰਕ ਨਹੀਂ ਪੈਣ ਦਿੱਤਾ। 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਵਿੱਚ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਰਹਿਰਾਸ ਤੋਂ ਪਹਿਲਾਂ ਦੇ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ, ਭਾਈ ਮਨੀ ਸਿੰਘ ਜੀ ਪਾਠ ਕਰਿਆ ਕਰਦੇ ਤੇ ਬਾਕੀ ਦੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ। ਉਹ ਤਾਂ ਹੁਣ ਗੁਰੂ ਜਾਣਦਾ ਹੈ ਤੇ ਜਾਂ ਸਿੰਘ ਜਾਣਦੇ ਹੈ। ਜਦੋਂ ਸਤਿਗੁਰੂ ਜੀ ਆਪ ਅਰਥ ਕਰਦੇ ਹੋਣਗੇ ਤੇ ਬ੍ਰਹਮ ਗਿਆਨੀ ਪਾਠ ਕਰਦਾ ਹੋਵੇਗਾ ਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋ ਉਹਦੇ ਸੁਣਦੇ ਹੋਣਗੇ,
ਉਹਦੇ ਬਾਰੇ ਤਾਂ ਇਹਨਾਂ ਹੀ ਕਹਿਣਾ ਬਣਦਾ ਹੈ, ਕਹਿੰਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਢੁਕਦਾ ਹੋਵੇਗਾ, ਬਾਕੀ ਕੀ ਕਹਿ ਕੇ ਦੱਸੇਗਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੂਛੇ ਤੇ ਕਿਆ ਕਹੀਏ, ਕੱਛਾ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਤੋਂ ਅਨੁਭਵੀ ਹੋ ਸਕਦਾ ਕਿ ਇਹਨੂੰ ਕੁਝ ਆਨੰਦ ਆਇਆ, ਦੱਸਿਆ ਨਹੀਂ ਜਾ ਸਕਦਾ। ਗੁਰਬਾਣੀ ਦਾ ਆਨੰਦ ਐਸਾ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਐਸਾ ਰਸ ਹੈ ਗੁਰਬਾਣੀ ਦਾ ਖਾਲਸਾ ਜੀ। ਸੋ ਸਤਿਗੁਰੂ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ, 48 ਸਿੰਘਾਂ ਨੇ ਅਰਥ ਪੜ੍ਹੇ, 46 ਵਧੇ ਮੁਕਤ ਹੋਏ। ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਤੋਂ ਅੱਗੇ ਸੇਵਾ ਲਈ ਕਈਆਂ ਕਵੀਆਂ ਦਾ, ਕਈਆਂ ਗ੍ਰੰਥਾਂ ਦਾ ਇੱਥੇ ਖਿਆਲ ਹੈ, ਪਰ ਟਕਸਾਲ ਦਾ ਖਿਆਲ ਨਹੀਂ। ਕਈਆਂ ਦਾ ਖਿਆਲ ਹੈ ਕਿ ਬਾਬਾ ਮਨੀ ਸਿੰਘ ਨੇ ਗੁਟਕੇ ਤੇ ਪੋਥੀਆਂ ਬਣਾ ਦਿੱਤੀਆਂ, ਗੁਰੂ ਸਾਹਿਬ ਨੇ ਸਰਾਪ ਦੇ ਦਿੱਤਾ ਕਿ ਤੁਹਾਡਾ ਬੰਦ ਕੱਟਿਆ ਜਾਏਗਾ। ਬਾਬਾ ਦੀਪ ਸਿੰਘ ਜੀ ਨੇ ਵੱਖਰੀ ਲਿਖਤ ਲਿਖ ਦਿੱਤੀ, ਉਹਨਾਂ ਨੂੰ ਸਰਾਪ ਹੋਇਆ ਤੁਹਾਡਾ ਸਿਰ ਕੱਟਿਆ ਜਾਏਗਾ। ਇਹ ਸਰਾਸਰ ਗਲਤ ਹੈ, ਗੁਰਮਤਿ ਮੁਤਾਬਕ ਨਹੀਂ। ਖਾਲਸਾ ਜੀ ਇਹਨੂੰ ਸਰਾਪ ਕਹੋਗੇ ਕਿ ਵਰ ਕਹੋਗੇ? ਗੁਰੂ ਸਾਹਿਬ ਨੇ ਵਰ ਦਿੱਤਾ ਕਿ ਮਨੀ ਸਿੰਘ ਜੀ ਤੁਹਾਡਾ ਭਾਵੇਂ ਬੰਦ ਕੱਟਿਆ ਜਾਏ, ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਇਹ ਫਰਕ ਨਹੀਂ ਪਵੇਗਾ, ਸਰਾਪ ਹੈ ਕਿ ਵਰ ਹੈ। ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ, ਸੇਵਾ ਕਰੋ, ਟਕਸਾਲ ਦੇ ਪੜ੍ਹਾਓ, ਸਮਾਂ ਆਵੇਗਾ ਧਰਮ ਦੀ ਰਾਖੀ ਵਾਸਤੇ ਜੂਝੋਗੇ। ਤੁਹਾਡਾ ਭਾਵੇਂ ਸੀਸ ਧੜ ਤੋਂ ਜੁਦਾ ਹੋ ਜਾਵੇ, ਵੱਖਰਾ ਹੋ ਜਾਵੇ, ਤੁਹਾਡੇ ਇਸ ਬ੍ਰਹਮ ਗਿਆਨ ਦੇ ਆਨੰਦ ਵਿੱਚ ਫਰਕ ਅੰਤਰ ਨਹੀਂ ਪਵੇਗਾ ਕਿ ਇਹ ਵਰ ਹੈ ਕਿ ਸਰਾਪ ਹੈ। ਵਰ ਦਿੱਤਾ ਗੁਰੂ ਜੀ ਨੇ। ਸੋ ਖਾਲਸਾ ਜੀ ਉੱਥੇ ਕਿਰਪਾਲਤਾ ਕੀਤੀ। ਇਹ ਟਕਸਾਲ ਕਿਉਂ ਚਲਾਉਣੀ ਪਈ ਕਿ ਕੈ ਦੇ ਥਾਂ ਕੇ ਪੜ੍ਹਿਆ। ਕੈ ਦਾ ਅਰਥ ਹੈ ਕਰਤੇ ਕੀ ਮਿੱਤ, ਕਰਤੇ ਪਰਮੇਸ਼ਰ ਕੀ ਦੀ ਮਿੱਤ ਮਰਜ਼ਾਦਾ ਨੂੰ ਕਰਤਾ ਅਕਾਲ ਪੁਰਖ ਜਾਣਦਾ, ਤੇ ਕੈ ਜਾਂ ਅਥਵਾ ਗੁਰੂ ਸੂਰਮਾ ਜਾਣਦਾ। ਤੇ ਜੇ ਲਾ ਦਿਆਂਗੇ ਕਿ ਉਹਦਾ ਅਰਥ ਬਣੇਗਾ ਕਰਤੇ ਪਰਮੇਸ਼ਰ ਦੀ ਮਿੱਤ ਮਰਜ਼ਾਦਾ ਨੂੰ। ਕਰਤਾ ਤਾਂ ਜਾਣਦਾ, ਪਰ ਕਿ ਕੀ ਜਾਣਦਾ? ਗੁਰੂ ਸੂਰਮਾ, ਭਾਵ ਕੁਝ ਵੀ ਨਹੀਂ ਜਾਣਦਾ। ਤੇ ਜੇ ਗੁਰੂ ਨਹੀਂ ਜਾਣਦਾ ਤੇ ਫਿਰ ਮਨੁੱਖ ਕਿੱਥੋਂ ਜਾਣੇਗਾ? ਇਸ ਵਾਸਤੇ ਖਾਲਸਾ ਜੀ ਬਾਣੀ ਜਿਤਨੀ ਸੁਧ ਪੜਾਂਗੇ ਓਨਾ ਆਨੰਦ ਆਵੇਗਾ। ਭਾਦੋਏ ਭਰਮ ਭੁਲਾਣੀਆਂ, ਤੇ ਜੇ ਭਾਦ ਦੂਏ ਪੜਾਂਗੇ ਤੇ ਦਲੈਂਕੜੇ ਲਾਉਣੇ ਪੈਣਗੇ। ਇਸ ਵਾਸਤੇ ਕੋਲੋਂ ਕੋਈ ਲਗਮਾਤਰ ਨਹੀਂ ਲਾਉਣੀ। ਸੋ ਪੜੋ ਪਾਠ ਹੁਣ। ਭਾਦੋਏ ਭਰਮ ਭੁਲਾਣੀਆਂ, ਸਤਿਗੁਰੂ ਜੀ ਕਹਿੰਦੇ ਨੇ ਭਾਈ ਭਾਦੋਏ ਭਰਮ ਭੁਲਾਣੀਆਂ। ਜਿਵੇਂ ਕੋਈ ਇਸਤਰੀ ਹੋਵੇ ਕੁਲੱਖਣੀ, ਖੋਟੇ ਕਰਮਾਂ ਵਾਲੀ, ਪਤਿਵਰਤਾ ਧਰਮ ਨੂੰ ਤਿਆਗ ਕੇ ਪਰ ਪੁਰਖਾਂ ਨਾਲ ਪਿਆਰ ਕਰਨ ਵਾਲੀ, ਸੋ ਭਾਵੇਂ ਪਤੀ ਕਿਤਨਾ ਸੁੰਦਰ ਹੋਵੇ, ਖੋਤੇ ਵਰਗਾ ਦਾ ਸੁਭਾਅ ਹੋ ਜਾਂਦਾ ਹੈ। ਖੋਤੇ ਨੂੰ ਦਾਣਾ ਪਾਓ, ਚੰਗੀ ਨਿਹਾਰੀ ਪਾਓ, ਨਹੀਂ ਚਰਦਾ। ਰੂੜੀਆਂ ਵਿੱਚ ਜਾ ਕੇ ਤੇ ਕੱਖ ਆਦਿਕ ਖਾਣ ਦਾ ਸ਼ੌਕੀਨ ਹੁੰਦਾ ਹੈ। ਉਹ ਖੋਤੇ ਵਰਗੇ ਸੁਭਾਅ ਵਾਲੀ ਜਿਹੜੀ ਛੁੱਟੜੀ ਇਸਤਰੀ ਹੈ, ਉਹਦਾ ਸੁਭਾਅ ਵੀ ਐਸਾ ਹੀ ਹੈ। ਭਾਵੇਂ ਕਿਤਨਾ ਪਤੀ ਸੁੰਦਰ ਹੋਵੇ, ਜਵਾਨ ਹੋਵੇ, ਚੰਗੇ ਗੁਣਾਂ ਵਾਲਾ ਹੋਵੇ, ਨੇਕ ਸੁਭਾਅ ਵਾਲਾ ਹੋਵੇ, ਪਰ ਛੁੱਟੜੀ ਇਸਤਰੀ ਜਿਹੜੀ ਹੈ ਉਹ ਤਾਂ ਵੀ ਖੋਤੇ ਦੇ ਤਰ੍ਹਾਂ ਪਰ ਪੁਰਖਾਂ ਨਾਲ ਪਿਆਰ ਕਰਦੀ। ਵਿਸ਼ੇ ਵਿਕਾਰ ਰੂਪੀ ਕੱਖਾਂ ਨੂੰ ਚੁਗਣ ਵਾਸਤੇ ਉਹ ਰੂਪਕ ਅਲੰਕਾਰ ਦੁਆਰਾ ਗੁਰੂ ਸਾਹਿਬ ਸ਼ਬਦ ਵਿੱਚ ਕਹਿੰਦੇ ਹਨ, ਭਾਦੋਏ ਭਰਮ ਭੁਲਾਣੀਆਂ। ਜਿਹੜੀਆਂ ਇਸਤਰੀਆਂ ਭਰਮ ਵਿੱਚ ਪੈ ਕੇ ਮਨੁੱਖਾ ਜਨਮ ਰੂਪੀ ਭਾਦਰੋਂ ਦੇ ਮਹੀਨੇ ਵਿੱਚ ਭੁੱਲ ਗਈਆਂ ਹਨ, ਦੂਜੇ ਲੱਗਾ ਹੇਤ, ਉਹਨਾਂ ਦਾ ਭਾਈ ਦੂਜੇ ਪੁਰਖਾਂ ਦੇ ਨਾਲ ਹੀ ਹੇਤ ਪ੍ਰੇਮ ਲੱਗਾ ਹੈ। ਸੋ ਆਪਦੇ ਪਤੀਆਂ ਨੂੰ ਵਸ ਕਰਨ ਦੇ ਵਾਸਤੇ ਟੂਣੇ ਟਾਮਣਾਂ ਵਿੱਚ ਲੱਗੀਆਂ ਰਹਿੰਦੀਆਂ, ਤੇ ਕਈ ਟੂਣੇ ਟਾਮਣ ਕਰਦੀਆਂ ਹੋਈਆਂ ਸੁਹਾਗ ਤੋਂ ਵੀ ਹੱਥ ਧੋ ਕੇ ਬੈਠ ਜਾਂਦੀਆਂ। ਸੋ ਬਿਆੰਤੇ ਦੇ ਤੇ ਸਾਖੀਆਂ ਘੜੀ ਸਾਹਮਣੇ ਰੱਖ ਦਿੱਤੀ ਸਿੰਘ ਨੇ, ਟਾਈਮ ਹੋ ਗਿਆ ਹੈ। ਬਿਆੰਤ ਸਾਖੀਆਂ ਇਹਨਾਂ ਪ੍ਰਸ਼ਨਾਂ ਤੇ ਕਿ ਜਿਹੜੀਆਂ ਨੇ ਆਪਣੇ ਪਤੀਆਂ ਨੂੰ ਵਸ ਕਰਨ ਵਾਸਤੇ, ਅੰਨੇ ਕਰਨ ਵਾਸਤੇ ਤੇ ਆਪ ਚੂਰੀਆਂ ਤੇ ਤੋਸੇ ਖਾਣ ਵਾਸਤੇ ਯਤਨ ਕੀਤੇ, ਅਖੀਰ ਨੂੰ ਸੁਹਾਗ ਤੋਂ ਹੱਥ ਧੋ ਕੇ ਰੰਡੇ ਪਾਈ ਕੱਟਣਾ ਪਿਆ। ਐਸੇ ਸੁਭਾਅ ਵਾਲੀਆਂ ਜਿਹੜੀਆਂ ਹਨ
ਉਹ ਮਨੁੱਖਾ ਜਨਮ ਰੂਪੀ ਭਾਦਰੋਂ ਦੇ ਮਹੀਨੇ ਦੁਆਰਾ ਭਰਮ ਚ ਪੈ ਕੇ ਵਕਾਰਾਂ ਨੂੰ ਭੋਗਣ ਵਾਸਤੇ ਭੁੱਲ ਗਈਆਂ। ਦਵੈਤ ਭਾਵ ਵਿੱਚ ਉਹਨਾਂ ਨੇ ਹੇਤ ਆਪਣਾ ਪ੍ਰੇਮ ਲਾਇਆ ਹੋਇਆ ਲੱਖ ਸਿਗਾਰ ਬਣਾਇਆ। ਜਿਹੜੀਆਂ ਐਸੀਆਂ ਭਾਵੇਂ ਲੱਖਾਂ ਸਿਗਾਰ ਬਣਾ ਲੈਣ, ਚੀਰਨੀਆਂ ਕੱਢ ਲੈਣ, ਮੀਡੀਆਂ ਗੁੰਦ ਲੈਣ, ਮੋਮ ਲਾ ਕੇ ਪੱਤੀਆਂ ਬਣਾ ਲੈਣ, ਜਿਵੇਂ ਮੁਰਦਾਰ ਅਸਥਾਨ 'ਚ ਸਵਾਨ ਆਇਆ ਉਹਦਾ ਕੂਕਰ, ਇਹੋ ਜਿਹਾ ਮੂੰਹ ਲਾ ਕੇ, ਇਹੋ ਜਿਹਾ ਮੂੰਹ ਬਣਾ ਲੈਣ, ਰੰਗ ਲਾ ਕਰਕੇ, ਸੁਰਖੀ ਪਾਊਡਰ ਲਾ ਕਰਕੇ, ਲੱਖਾਂ ਸ਼ਿੰਗਾਰ ਭਾਵੇਂ ਬਣਾ ਲੈਣ। ਅੱਜ ਕੱਲ੍ਹ ਤਾਂ ਸ਼ਿੰਗਾਰ ਵੀ ਸਿਆਪੇ ਵਾਲੇ ਚੱਲ ਪਏ ਐ। ਐਸਾ ਪਹਿਰਾਵਾ ਬਣ ਗਿਆ, ਬੱਸ ਅੱਡੇ ਤੇ ਜਾਂਦੀਆਂ ਉੱਥੇ ਖੜੀਆਂ ਰਹਿੰਦੀਆਂ, ਬੱਸ ਚਲੀ ਜਾਂਦੀ ਹੈ ਤੇ ਜੇ ਕੋਈ ਪੁੱਛਦਾ ਹੈ ਭਾਈ ਤੁਸੀਂ ਇੱਥੇ ਕਿਉਂ ਖੜੇ ਹੋ, ਭਾਈ ਕੀ ਕਰੀਏ, ਬੱਸ ਦੀ ਸੀਟ ਜਿਹੜੀ ਬਾਰੀ ਵਾਲੀ ਹੈ ਚੜ੍ਹਨ ਵਾਲੀ ਉਹ ਉੱਚੀ ਹੈ, ਗੋਡਾ ਮੁੜਦਾ ਨਹੀਂ, ਬੱਸ ਖੜੋਤੀ ਨਹੀਂ। ਕੋਈ ਜ਼ਰੂਰੀ ਮਗਰ ਪਿਆ ਖੁੱਲਾ ਪਹਿਰਾਵਾ ਪਾ ਲਓ ਜਿਹੜਾ ਗੁਰਮਤ ਦਾ ਹੈ। ਮਹਾਰਾਜ ਕਹਿੰਦੇ ਭਾਵੇਂ ਲੱਖਾਂ ਸ਼ਿੰਗਾਰ ਬਣਾ ਲੈਣ ਐਸੇ ਸੁਭਾਅ ਵਾਲੀਆਂ ਜਿਨ੍ਹਾਂ ਦਾ ਪਰ ਪਤੀਆਂ ਦੇ ਨਾਲ ਪਿਆਰ ਹੈ, ਭਾਈ ਉਹਨਾਂ ਦਾ ਲਾਇਆ ਹੋਇਆ ਸ਼ਿੰਗਾਰ ਕਿਸੇ ਵੀ ਕੰਮ ਨਹੀਂ ਆਵੇਗਾ। ਐਸੇ ਖੋਟੇ ਸੁਭਾਅ ਵਾਲੀ ਜਿਹੜੀ ਇਸਤਰੀ ਹੈ, ਇਹ ਤਾਂ ਬਾਹਰਲਾ ਪਹਿਰਾਵੇ ਦਾ ਕਥਨ ਕੀਤਾ ਹੈ। ਇਸੇ ਦੁਆਰਾ ਪਤੀ ਪਰਮੇਸ਼ਰ ਤੇ ਜੀਵ ਰੂਪ ਇਸਤਰੀ ਦਾ ਆਰੰਭ ਤੋਂ ਸੁਣੋ। ਭਾਦੋਏ ਭਰਮ ਭੁਲਾਣੀਆਂ। ਸਤਿਗੁਰੂ ਜੀ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਜਿਨ੍ਹਾਂ ਦਾ ਭਾਈ ਦੋ ਨਾਮ ਹੈ ਦੁਬਦਾ ਦਾ, ਭਾ ਨਾਮ ਹੈ ਭਾਵਨਾ ਦਾ, ਸੋ ਭਾਵ ਦਾ, ਜਿਨ੍ਹਾਂ ਦਾ ਦਵੈਤ ਦੇ ਨਾਲ ਹੀ ਭਾਵ ਪ੍ਰੇਮ ਹੈ। ਦੁਬਦਾ ਵਿੱਚ ਪ੍ਰੇਮ ਕਰਨੇ ਕਰਕੇ ਭਰਮ ਚ ਪੈ ਕਰਕੇ ਜੀਵ ਰੂਪ ਇਸਤਰੀਆਂ ਜੋ ਭੁੱਲ ਗਈਆਂ ਹਨ। ਭਰਮ ਵੀ 5 ਪ੍ਰਕਾਰ ਦਾ ਹੈ, ਸੋ ਤੇ ਭੇਦ ਭਰਮ ਜਿਹੜਾ ਭੇਦ ਭਰਮ ਕਰਤੱਤ ਭਰਮਾਰ ਕੇ 5 ਪ੍ਰਕਾਰ ਦੇ ਮੰਨੇ ਹੈ, ਤੇ ਕੱਲਾ ਭੇਦ ਭਰਮ ਹੀ 5 ਪ੍ਰਕਾਰ ਦਾ ਹੈ। ਜੀਵ ਈਸ ਦਾ ਭੇਵ, ਜੀਵ ਜੀਵ ਦਾ ਭੇਵ, ਜੀਵ ਜੜ ਦਾ ਭੇਦ, ਜੜ ਜੜ ਦਾ ਭੇਦ, ਤੇ ਜੜ ਤੇ ਜੀਵ ਦਾ ਭੇਦ, ਇਹ ਤਾਰ ਕੇ 5 ਪ੍ਰਕਾਰ ਦਾ ਕੱਲਾ ਭੇਦ ਭਰਮ ਹੀ ਹੈ। ਸੋ ਖਾਲਸਾ ਜੀ ਭਰਮ ਕੀ ਹੁੰਦਾ ਹੈ? ਯਥਾਰਥ ਵਸਤੂ ਦਾ ਸਮਾਨ ਗਿਆਨ ਤੇ ਅਯਥਾਰਥ ਵਸਤੂ ਦਾ ਵਿਸ਼ੇਸ਼ ਗਿਆਨ, ਇਹਨੂੰ ਭਰਮ ਕਹਿੰਦੇ ਆ। ਜਿਵੇਂ ਰੱਸੀ ਹੈ, ਉਹ ਜੋ ਰੱਸੀ ਹੈ ਉਹਦਾ ਖਾਲਸਾ ਜੀ ਸੱਪ ਪ੍ਰਤੀਤ ਹੋਣ ਲੱਗ ਪਿਆ। ਯਥਾਰਥ ਵਸਤੂ ਸਹੀ ਵਸਤੂ ਤਾਂ ਹੈ ਰੱਸੀ, ਪਰ ਉਹਦਾ ਵਿਸ਼ੇਸ਼ ਗਿਆਨ ਭਾਸਣ ਲੱਗ ਪਿਆ, ਸੱਪ ਪ੍ਰਤੀਤ ਹੋਣ ਲੱਗ ਗਿਆ। ਤੇ ਆ ਯਥਾਰਥ ਵਸਤੂ ਉਹਦੇ 'ਚ ਸੱਪ ਪ੍ਰਤੀਤ ਹੁੰਦਾ ਹੈ ਤੇ ਉਹਦਾ ਵਿਸ਼ੇਸ਼ ਗਿਆਨ ਹੋ ਗਿਆ। ਵਿਸ਼ੇਸ਼ ਜਿਹੜਾ ਹੈ ਉਹ ਸੱਪ ਪ੍ਰਤੀਤ ਹੁੰਦਾ ਹੈ ਤੇ ਯਥਾਰਥ ਵਸਤੂ ਹੈ ਰੱਸੀ, ਪਰ ਉਹਦਾ ਸਮਾਨ ਗਿਆਨ ਪ੍ਰਤੀਤ ਹੁੰਦਾ, ਸਹੀ ਨਹੀਂ ਦਿਸਦੀ। ਸਹੀ ਨੂੰ ਗਲਤ ਮੰਨਣਾ ਤੇ ਗਲਤ ਨੂੰ ਸਹੀ ਮੰਨਣਾ, ਉਹਨੂੰ ਭਰਮ ਕਹਿੰਦੇ ਹਨ। ਇਸ ਤਰ੍ਹਾਂ ਦੁਬਦਾ ਦੇ ਭਾਵ ਥੱਲੇ ਭਰਮ 'ਚ ਪੈ ਕਰਕੇ ਜੀਵ ਇਸਤਰੀਆਂ ਜੋ ਭੁੱਲ ਗਈਆਂ ਹਨ। ਦੂਜੇ ਦਵੈਤ ਭਾਵ ਵਿੱਚ ਹੀ ਹੇਤ ਲੱਗ ਗਿਆ ਹੈ, ਪ੍ਰੇਮ ਲੱਗ ਗਿਆ ਹੈ। ਜੰਡ ਨੂੰ ਸੰਧੂਰ ਭੁੱਕਣਾ, ਪਿੱਪਲ ਨੂੰ ਪਾਣੀ ਪਾਉਣਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਧਮੱਕਾ ਸਰਵਰ ਦਾ, ਕਰਨਾ ਮੰਨਾ ਕੁਰਰੂ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ। ਐਸਿਆਂ ਦੇ ਵਿੱਚ ਜਿਨ੍ਹਾਂ ਦਾ ਲੱਗ ਗਿਆ ਜੀਵ ਰੂਪ ਇਸਤਰੀਆਂ ਦਾ ਲੱਖ ਸਿਗਾਰ ਬਣਾਇਆ। ਭਾਈ ਭਾਵੇਂ ਉਹ ਲੱਖਾਂ ਸਿਗਾਰ ਬਣਾ ਲੈਣ, ਤਰਾਟਕ ਵੀ ਸਾਧ ਲੈਣ। ਤਰਾਟਕ ਆਰਕ ਸਾਧਨਾ, ਪ੍ਰਾਣਾਯਾਮ ਕਰਨਾ, ਨਿਉਲੀ ਧੋਤੀ ਆਰਕ ਸਾਧਨਾ, ਇਹਨਾਂ ਸਾਧਨਾ ਰੂਪੀ ਸਿਗਾਰਾਂ ਨੂੰ ਭਾਵੇਂ ਲਾ ਲੈਣ। ਇੱਕ ਮਹਾਂਪੁਰਖਾਂ ਨੂੰ ਸਾਧ ਮਿਲਿਆ ਸੀ, ਅਚਲ ਬਟਾਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੂੰ। ਉਹਨਾਂ ਟਾਈਮਾਂ 'ਚ ਗੱਡੀਆਂ ਤਾਂ ਕੋਲ ਨਹੀਂ ਸੀ, ਤੁਰ ਕੇ ਜਾਣਾ ਪੈਂਦਾ ਸੀ। ਇੱਧਰੋਂ ਵਿਚਰਦੇ ਵਿਚਰਦੇ ਅਚਲ ਬਟਾਲੇ ਦਰਸ਼ਨ ਕਰਕੇ ਹਰਗੋਬਿੰਦਪੁਰ ਸਾਹਿਬ ਪਹੁੰਚਣਾ ਸੀ। ਉੱਥੇ ਇੱਕ ਬੜਾ ਮੋਟਾ ਸਾਧ ਚੰਗਾ ਆਸਣ ਲਾ ਕੇ ਬੈਠਾ ਕਰੇ, ਜਿਵੇਂ ਕਈਆਂ ਸਾਧ ਨੂੰ ਹੁਣ ਵੀ ਬਿਮਾਰੀ ਹੈ, ਗੁਰੂ ਥੱਲੇ ਭਾਵੇਂ ਇੱਕ ਕੱਪੜਾ ਹੀ ਹੋਵੇ, ਆਪਦੇ ਥੱਲੇ ਗਲੀਚਾ ਜ਼ਰੂਰ ਵਿਛਾਉਂਦੇ ਹੈ। ਉਹਨੂੰ ਵੀ ਇਹ ਸੁਭਾਅ ਸੀ। ਤੇ ਸਾਧਨ ਕੀ ਸੀ? ਇਹ ਘੋਰ ਮੰਤਰ ਸਾਧਿਆ ਹੁੰਦਾ ਹੈ। ਜਿਵੇਂ ਬਾਬੂ ਸੌਣ ਸਿੰਘ ਸੀ ਰਾਲਾ ਸੁਆਮੀਆਂ ਦਾ, ਉਹਨੇ ਸਾਧਿਆ ਸੀ। ਸੁਪਾਰੀ ਖਾ ਲੈਣੀ ਤੇ ਕਿਰਿਆ ਦੁਆਰਾ ਬਾਹਰ ਕੱਢ ਕੇ ਉਹਨੂੰ ਧੋ ਕੇ ਤੇ ਰਗੜ ਕੇ ਲੰਗਰ 'ਚ ਰਲਾ ਕੇ ਵਰਤਾ ਦੇਣੀ। ਉਹਨੂੰ ਜਿਨ੍ਹਾਂ ਨੇ ਖਾ ਲੈਣਾ
ਉਹਦੇ ਤੇ ਖਾਣ ਜਿਸ ਦੇ ਕਿਰਿਆ ਦੁਆਰਾ ਉਹ ਵਸਤੂ ਆਈ ਹੋਵੇ ਉਹਦਾ ਅਸਰ ਖਾਣ ਵਾਲੇ ਤੇ ਪੈ ਜਾਂਦਾ ਹੈ। ਇਹਨੂੰ ਘੋਰ ਮੰਤਰ ਕਹਿੰਦੇ। ਦੱਸਣਾ ਔਖਾ ਜਿਹਾ ਇਸ ਵਾਸਤੇ ਹੈ। ਘੋਰ ਮੰਤਰ ਸਾਧਨਾ ਉਹਨੂੰ ਕਹਿੰਦੇ ਆ ਜਿਹੜਾ ਘੋਰ ਮੰਤਰੀ ਹੈ ਆਪਣੀ ਕਿਰਿਆ ਨੂੰ ਆਪ ਖਾਵੇ, ਸ਼ਰਲੇ ਆਲਕ ਨੂੰ ਵਿਸ਼ਟਾ ਆਦਿਕ ਨੂੰ ਉਹਨੂੰ ਖਾ ਕੇ ਤੇ ਫਿਰ ਦੁਬਾਰਾ ਉਹ ਕਿਰਿਆ ਨੂੰ ਬਾਹਰ ਕੱਢੇ, ਉਹਨੂੰ ਕਹਿੰਦੇ ਘੋਰ ਮੰਤਰ। ਬਹੁਤ ਭੈੜਾ ਜਿਹਾ ਸਾਧਨ ਹੈ। ਇਸ ਵਾਸਤੇ ਸ਼ਾਰੇ ਮਾਤਰੀ ਉਹਨਾਂ ਕਿਹਾ ਹੈ ਉਹ ਸੁਪਾਰੀ ਖਾ ਕੇ ਬਾਹਰ ਕੱਢਣੀ, ਧੋ ਕੇ ਰਗੜ ਕੇ ਲੰਗਰ 'ਚ ਵਰਤਾਉਣੀ, ਫਿਰ ਜਿਨ੍ਹਾਂ ਨੇ ਉਹ ਖਾ ਲੈਣੀ ਉਹਨਾਂ ਦੇ ਉੱਪਰ ਅਸਰ ਪੈ ਜਾਣਾ। ਗੁਰੂ ਪਿਆਰੇ ਸੱਚਖੰਡ ਵਾਸੀ ਭਾਈ ਰਣਧੀਰ ਸਿੰਘ ਸਾਹਿਬ ਨੇ ਇੱਕ ਵਾਰੀ ਪੰਜਾ ਪਿਆ ਸੀ ਤੇ ਉਸ ਵੇਲੇ ਬਾਬੂ ਸੌਣ ਮੱਲ ਨੂੰ ਸ਼ਿਕਾਇਤ ਖਾਣੀ ਪਈ ਸੀ, ਮੂੰਹ ਸਿੱਧਾ ਜਿਹਾ ਹੋਇਆ ਸੀ। ਤੇ ਇਸੇ ਤਰ੍ਹਾਂ ਚਲਵਟਾਲੇ ਵਾਲਾ ਵੀ ਇੱਕ ਵੇਰਾ ਮਿਲਿਆ ਸੀ, ਉਹ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਮਿਲਿਆ ਸੀ। ਉਹਦਾ ਸਾਧਨ ਸਾਧਿਆ ਸੀ ਇੱਕ ਕਾਲਾ ਰੰਗ ਦਾ ਕਿਣਕਾ ਰੱਖ ਕੇ ਨਿਗਾਹ ਸਾਹਮਣੇ, ਨਿਗਾਹ ਉਹਦੇ ਵਿੱਚ ਟਿਕਾਈ ਰੱਖਣੀ। ਜਦੋਂ 2, 4, 5 ਮਿੰਟ ਵਾਸਤੇ ਨਿਗਾਹ ਟਿਕਣ ਲੱਗ ਪਵੇ ਫਿਰ ਤੁਰੀ ਜਾਂਦੀ ਕੀੜੀ ਤੇ ਨਿਗਾਹ ਟਿਕਾਉਣੀ। ਆਪਣੀ ਨਿਗਾਹ ਦੀ ਸ਼ਕਤੀ ਨਾਲ ਉਹ ਕੀੜੀ ਨੂੰ ਰੋਕ ਲੈਣਾ, ਚੱਲਣ ਨਾ ਦੇਣਾ, ਫਿਰ ਕੀੜੇ ਤੇ ਟਿਕਾਉਣੀ, ਫਿਰ ਉਦੋਂ ਵੱਡੇ ਜਾਨਵਰ ਤੇ ਟਿਕਾਉਣੀ, ਫਿਰ ਉਹ ਸ਼ਕਤੀ ਵੱਧਦੀ ਰਹਿੰਦੀ ਨਿਗਾਹ ਵਿੱਚ, ਫਿਰ ਘੋੜੇ ਤੇ ਮਨੁੱਖ ਤੇ ਨਿਗਾਹ ਟਿਕਾਉਣ ਲੱਗ ਪੈਣੀ। ਇੰਨੀ ਨਿਗਾਹ ਵਿੱਚ ਸ਼ਕਤੀ ਹੋ ਜਾਣੀ ਤਰਾਟਕ ਸਾਧਦਿਆਂ ਕਿ ਮਨੁੱਖ ਵੱਲ ਨਿਗਾਹ ਨਾਲ ਜੜਾ ਕਬੀਰ ਉਸ ਨਾਲ ਤੱਕ ਲੈਣਾ ਤੇ ਮਨੁੱਖ ਨੇ ਪ੍ਰਭਾਵਿਤ ਹੋ ਜਾਣਾ, ਜੋ ਬਚਨ ਕਹਿਣਾ ਮੰਨ ਲੈਣਾ। ਇਹੋ ਜਿਹਾ ਸਾਧਨ। ਪਰ ਇਹ ਉਹਨਾਂ ਲੋਕਾਂ ਤੇ ਚੱਲਦੇ ਹੈ ਜਿਹੜੇ ਲੋਕ ਨਗੁਰੇ ਹੈ, ਜਿਹੜੇ ਗੁਰੂ ਵਾਲੇ ਨਹੀਂ, ਬਾਣੀ ਨਹੀਂ ਪੜ੍ਹਦੇ। ਤੇ ਜਿਹੜਾ ਬਾਣੀ ਪੜ੍ਹਨ ਵਾਲਾ ਹੋਵੇ ਤੇ ਉਹ ਤਰਾਟਕ ਸਾਧਨ ਵਾਲੇ ਉਹਨਾਂ ਦੇ ਰਗੜੇ 'ਚ ਆ ਜਾਂਦੇ ਹੈ। ਮਹਾਂਪੁਰਖਾਂ ਕੋਲ ਪੋਥੀਆਂ ਸੀ, ਗੁਟਕੇ ਸੀ ਸਿੰਘਾਂ ਕੋਲ। ਮੈਂ ਸੰਗਤ ਨੂੰ ਵੀ ਬੇਨਤੀ ਕਰਾਂ, ਕਈ ਵਾਰੀ ਜੇ ਮਿਲਣ ਜਾਂਦੇ ਹੈ ਗੁਟਕੇ ਕੋਲ ਪਾਏ ਹੁੰਦੇ, ਰੱਖੇ ਹੁੰਦੇ ਹੈ ਤੇ ਥੱਲੇ ਬਹਿ ਜਾਂਦੇ ਹੈ। ਸਿੰਘੋ ਥੱਲੇ ਨਹੀਂ ਬਹਿਣਾ। ਕਿੱਡਾ ਵੱਡਾ ਸਾਧ ਹੋਵੇ, ਕਿੱਡਾ ਵੱਡਾ ਲੀਡਰ ਹੋਵੇ, ਗੁਟਕਾ ਲੈ ਕੇ ਜਾਂ ਤਾਂ ਖੜੇ ਰਹਿਣਾ ਤੇ ਜਾਂ ਗੁਟਕਾ ਉੱਚੇ ਥਾਂ ਤੇ ਰੱਖ ਕੇ ਫੇਰ ਆਪ ਥੱਲੇ ਬੈਠਣਾ, ਗੁਰਬਾਣੀ ਦਾ ਸਤਿਕਾਰ ਕਰਨਾ। ਉੱਥੇ ਮਹਾਂਪੁਰਖ ਮਿਲਣਗੇ। ਕੁਝ ਕੁ ਨਾਲ ਸਿੰਘ ਸੀ, ਉਹ ਸਾਧ ਕਹਿਣ ਲੱਗਾ ਬਹਿ ਜਾਓ। ਸਿੰਘ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਦਰਸ਼ਨ ਕਰਨੇ ਸੀ, ਸਾਡੇ ਕੋਲ ਗੁਰੂ ਦੀਆਂ ਪੋਥੀਆਂ ਬੈਠ ਨਹੀਂ ਸਕਦੇ। ਕਹਿੰਦਾ ਮੈਂ ਹੁਣ ਬਿਠਾ ਲਾਂਗਾ। ਸਿੰਘ ਸੀ ਰਹਿਤ ਵਾਲੇ, ਬਾਣੀ ਪੜ੍ਹਦੇ, ਕਹਿੰਦੇ ਬਿਠਾ ਲੈ। ਲੱਗਾ ਝਾਕਣ, ਅੱਖਾਂ ਲਾਲ ਦੀਆਂ ਕੀਤੀਆਂ। ਉਹ ਜਿਵੇਂ ਗਰਮੇਲ ਸਿੰਘ ਬਾਗੇ ਪੁਰਾਣੇ ਵਾਲਾ ਉਹ ਵੀ ਅੱਖਾਂ ਦੀਆਂ ਵਿੰਗੀਆਂ ਟੇਡੀਆਂ ਜਾਂ ਕਾਫੀ ਕਰ ਦਿੰਦਾ। ਹੁਣ ਤਾਂ ਹੱਥ ਉੱਡ ਗਿਆ। ਦਿੱਲੀ ਜਾ ਕੇ ਰਾਜੀਵ ਹੋਣਾ ਨੂੰ ਲੱਗ ਪਿਆ ਵਿਖਾਉਣ। ਇੰਦਰਾ ਨੂੰ ਵੀ ਸ਼ੈਨ ਵਿਖਾਉਂਦਾ ਹੋਵੇ, ਪਰ ਪੱਕਾ ਪਤਾ ਤਾਂ ਮੈਨੂੰ ਹੈ ਨਹੀਂ, ਰਾਜੀਵ ਦਾ ਤਾਂ ਪਤਾ ਹੈ। ਤੇ ਉਹ ਵੀ ਲੱਗਾ ਵਿਖਾਉਣ। ਕੀ ਜ਼ੋਰ ਚੱਲਣਾ ਸੀ ਬਾਣੀ ਪੜ੍ਹਨ ਵਾਲਿਆਂ ਤੇ ਖਾਲਸਾ ਜੀ। ਫਿਰ ਲਕੀਰ ਜੀ ਕੱਢਣ ਲੱਗਾ, ਲਕੀਰ ਨਾਲ ਉਹਨਾਂ ਜ਼ੋਰ ਚੱਲਿਆ। ਫਿਰ ਸੰਖ ਚੁੱਕ ਲਿਆ, ਸੰਖ ਨਾਲ ਉਹਨਾਂ ਜ਼ੋਰ ਚੱਲਿਆ। ਉੱਥੇ ਮੇਸਤਰੀ ਸਿੰਘ ਕੰਧ ਕੱਢਦੇ ਸੀ, ਉਹ ਆ ਕੇ ਸੰਤਾਂ ਨੂੰ ਕਹਿਣ ਲੱਗੇ ਬਾਬਾ ਜੀ ਇਹ ਕੀ ਗੱਲ, ਤੁਹਾਡੇ ਤੇ ਜ਼ੋਰ ਨਹੀਂ ਚੱਲਦਾ। ਕਹਿੰਦੇ ਭਾਈ ਸਾਧ ਨੂੰ ਪੁੱਛ ਲਓ। ਜਦੋਂ ਜਾ ਕੇ ਪੁੱਛਿਆ, ਕਹਿੰਦਾ ਜੀ ਅੰਮ੍ਰਿਤ ਧਾਰੀ ਹੈ। ਜਿਹੜਾ ਅੰਮ੍ਰਿਤ ਧਾਰੀ ਰਹਿਤ ਵਾਲਾ ਹੋਵੇ, ਭਾਵੇਂ ਬਾਣੀ ਵੀ ਘੱਟ ਪੜ੍ਹਦਾ ਹੋਵੇ, ਉਹਦੇ ਤੇ ਮੇਰਾ ਅਸਰ ਨਹੀਂ ਚੱਲਦਾ। ਜਿਹੜੇ ਗੁੱਲੀ ਛੱਲੀ ਰਾਮ ਹੋਣੀ ਹੈ ਉਹਨਾਂ ਤੇ ਤਾਂ ਚੱਲ ਪੈਂਦਾ ਹੈ। ਉਸ ਵੇਲੇ ਸੁਣ ਕੇ ਨੀਵੀਂ ਪਾਉਣੀ ਪਈ ਸੀ। ਪਰ ਜਿਹੜੇ ਐਸੇ ਲੋਕ ਹੈ ਗੁਰਬਾਣੀ ਤੋਂ ਤੇ ਰਹਿਤ, ਮਰਜ਼ਾਦਾ ਤੋਂ ਰਹਿਤ ਹੈ, ਉਹਨਾਂ ਬਾਰੇ ਕਹਿੰਦੇ ਲੱਖ ਸਿਗਾਰ ਬਣਾਇਆ। ਭਾਵੇਂ ਲੱਖਾਂ ਸਿਗਾਰ ਤਰਾਟਕਾਂ ਨੂੰ ਸਾਧਨ ਰੂਪ ਬਣਾ ਲੈਣ, ਭਾਵੇਂ ਸਿਗਾਰ ਤਾਂ 16 ਪ੍ਰਕਾਰ ਦੇ ਬਾਹਰ ਦੇ ਵੀ ਹਨ। 3 ਕਾਲੇ 2 ਉਜਲੇ ਪਤਲੇ 5 ਪ੍ਰਕਾਰ, 4 ਕਠਨ 2 ਚੀਕਨੇ 16 ਜਾਂ ਸ਼ਿੰਗਾਰ। ਇਹ ਤਾਂ ਕਵੀਆਂ ਨੇ ਬਾਹਰਲੇ ਦੱਸੇ ਹੈ। 3 ਕਾਲੇ ਅੱਖਾਂ ਦੇ ਭਰਵੱਟੇ ਕਾਲੇ ਹੋਣੇ, ਕੇਸ ਕਾਲੇ ਹੋਣੇ, ਅਸਤਰ ਕਾਲੇ ਹੋਣੇ, ਤੇ 2 ਉਜਲੇ 9 ਤੇ ਦੰਦ ਬਹੁਤੇ ਚਿੱਟੇ ਹੋਣੇ, 4 ਕਠਨ ਛਾਤੀ ਡੌਲੇ, ਆਸਨ ਸਥਾਨ ਤੇ ਉਰੂ ਆਰਕ ਕਰੜੇ ਹੋਣੇ, ਤੇ 2 ਚੀਕਨੇ ਕੇਸ ਚਕਨੱਤ ਵਾਲੇ, ਚਮੜੀ ਕੋਮਲ ਹੋਣੀ। ਇਹ ਤਾਂ ਹੈ ਕਾਵਰਸ ਦਾ ਨਕਸ਼ਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ 16 ਸ਼ਿੰਗਾਰ ਲਾਉਂਦੇ ਹੈ, ਕਿਉਂਕਿ ਗਿਆਨ ਰਾਓ ਜਦ ਸੇਜਿਆ ਆਵੇ ਤਾਂ ਨਾਨਕ ਭੋਗ ਕਰੇਈ। ਉਹ ਵੀ ਭੋਗਾਂ ਨੂੰ ਭੋਗਦੇ ਅਕਾਲ ਪੁਰਖ ਪਰਮੇਸ਼ਰ ਪਤੀ ਦੇ ਨਾਲ। ਏਕਾ ਪੁਰਖ ਸਭਾਈ ਨਾਰ ਦੇ ਮਹਾਵਾਕ ਮੁਤਾਬਕ ਉਹ ਕਿਹੜਾ ਲਾਉਂਦੇ ਹੈ? 3 ਕਾਲੇ 3 ਕਾਲ, ਵਰਤ ਭੂਤ ਤੇ ਭਵਿੱਖ। ਇਹ ਜਿਹੜੇ 3 ਕਾਲ, ਇਹਨਾਂ ਨੂੰ ਪਵਿੱਤਰ ਕਰਨਾ ਬਾਣੀ ਪੜ੍ਹ ਕੇ।
ਬਾਲਕ ਜਵਾਨੀ ਤੇ ਬਿਰਧ ਅਵਸਥਾ, ਇਹ ਵੀ ਤਿੰਨ ਕਾਲ ਹੈ। ਜਾਗਰਤ, ਸੁਪਨ ਤੇ ਸੁਖੋਪਤ, ਇਹਨਾਂ ਤਿੰਨਾਂ ਅਵਸਥਾ ਨੂੰ ਸਾਧਨਾ, ਇਹ ਵੀ ਖਾਲਸਾ ਜੀ ਤਿੰਨ ਕਾਲ ਹਨ। ਤ੍ਰੈ ਕਾਲੇ ਦੋ ਉਜਲੇ, ਆਹ ਲੋਕ ਤੇ ਪਰਲੋਕ। ਇੱਥੇ ਸੇਵਾ ਕਰਨੀ, ਸਿਮਰਨ ਕਰਨਾ, ਪਰਲੋਕ ਵਾਸਤੇ ਸਿਮਰਨ, ਇੱਥੋਂ ਵਾਸਤੇ ਸੇਵਾ। ਇਹ ਦੋਵੇਂ ਚੀਜ਼ਾਂ ਪਵਿੱਤਰ ਕਰ ਲੈਣੀਆਂ। ਇਹ ਦੋ ਉਜਲੇ ਹੈ। ਚਾਰ ਕਠਨ, ਵੈਰਾਗ, ਵਿਵੇਕ, ਖਟ ਸੰਪਤੀ ਤੇ ਮੋਖ ਇੱਛਾ, ਇਹ ਚਾਰ ਸਾਧਨ ਸੰਯੁਕਤ ਹੋਣਾ, ਇਹਨਾਂ ਨੂੰ ਸਾਧ ਲੈਣਾ। ਇਹ ਚਾਰ ਕਠਨ ਹੈ। ਤੇ ਚਾਰ ਕਠਨ ਦੋਏ ਚੀਕ ਨੇ, ਮਨ ਤੇ ਬੁੱਧ। ਇਹਨਾਂ ਨੂੰ ਪ੍ਰੇਮ ਰੂਪੀ ਘਿਓ ਵਿੱਚ ਭਗਤੀ ਦੀ ਖੰਡ ਪਾ ਕੇ ਸਨਿਗਧ ਕਰ ਲੈਣਾ, ਮਠਾਸ ਦੇ ਸਹਿਤ ਕਰ ਲੈਣਾ। ਇਹ 16 ਸ਼ਿੰਗਾਰ ਬ੍ਰਹਮ ਗਿਆਨੀ ਲਾਉਂਦੇ ਆ, ਪਰ ਇਹ ਬਾਹਰਲੇ ਜਿਹੜੇ ਪਖੰਡੀ ਹੈ ਉਹਨਾਂ ਦੇ ਸ਼ਿੰਗਾਰ ਦਾ ਕਤਨ ਹੈ। ਭਾਵੇਂ ਲੱਖਾਂ ਸ਼ਿੰਗਾਰ ਬਣਾ ਲੈਣ, ਪਰ ਭਾਈ ਕਿਸੇ ਵੀ ਕੰਮ ਨਹੀਂ ਆਉਣਗੇ ਸਿੱਖੀ ਧਾਰਨ ਕੀਤੀ ਤੋਂ ਬਗੈਰ। ਪਖੰਡੀ ਜਿਹੜੇ ਕਹਿੰਦੇ ਆ ਤੁਹਾਨੂੰ ਕਾਰ ਤੇ ਚੜਾ ਕੇ ਨਰਕ ਛੱਡ ਆਵਾਂਗੇ, ਆਪ ਹੀ ਚਲੇ ਜਾਂਦੇ ਹਨ। ਜਿਤ ਦਿਨ ਦੇਹ ਬਿਨਸੀ, ਜਿਤ ਦਿਨ ਪਾਏ ਦੇ ਬਿਨਸੀ, ਬਿਨਸਦੀ ਸੀ, ਬਿਨਸਦੀ ਹੈ ਤੇ ਬਿਨਸੇਗੀ ਆਉਣ ਵਾਲੇ ਸਮੇਂ ਵਿੱਚ, ਜਦੋਂ ਬਿਨਸ ਦੀ ਦੇਹ ਨਾਸ ਹੁੰਦੀ ਹੈ। ਜਿਤ ਵੇਲੇ ਕੈਸਨ ਪ੍ਰੇਤ, ਉਸ ਵੇਲੇ ਮਿੱਤਰ ਦੋਸਤ ਵੀ ਸਾਰੇ ਪ੍ਰੇਤ ਹੀ ਕਹਿਣ ਲੱਗ ਪੈਣਗੇ। ਸਭ ਤੋਂ ਤਾਂ ਨੇੜੇ ਘਰ ਵਾਲੀ ਮੰਨੀ ਹੈ, ਜਿਹਦਾ ਇੱਕੋ ਪਰਦਾ ਮੰਨਿਆ, ਉਹਦੇ ਬਾਰੇ ਵੀ ਬਚਨ ਕਹੇ ਹਨ ਕਿ ਭੂਤ ਭੂਤ ਕਰ ਭਾਗੀ, ਇਹ ਵੀ ਪ੍ਰੇਤ ਪ੍ਰੇਤ ਕਰਕੇ ਭੱਜ ਜਾਵੇਗੀ। ਬਾਬੇ ਬਕਾਲੇ ਸਾਹਿਬ ਦੀ ਸਾਖੀ ਹੈ। 9ਵੇਂ ਪਾਤਸ਼ਾਹ ਦਾ ਸਿੱਖ ਸੀ, ਉਸ ਨੂੰ ਯੋਗਾ ਅਭਿਆਸ ਸਿਖਾ ਦਿੱਤਾ, ਵਿਆਹ ਕਰਵਾ ਕੇ ਘਰੇ ਰਹਿਣ ਲੱਗ ਪਿਆ, ਮੋਹ 'ਚ ਫਸ ਗਿਆ। ਗੁਰੂ ਨੇ ਕਿਹਾ ਜਾਓ ਜਾ ਕੇ ਸਿੱਖ ਨੂੰ ਲਿਆਓ। ਲਿਆਂਦਾ, ਪੁੱਛਿਆ, ਦੱਸਿਆ, ਕਹਿਣ ਲੱਗਾ ਜੀ ਮੇਰੇ ਘਰ ਵਾਲੀ ਪ੍ਰੇਮ ਕਰਦੀ ਹੈ। ਮਹਾਰਾਜ ਕਹਿਣ ਲੱਗੇ ਕਿੰਨਾ ਕੁ? ਕਹਿੰਦਾ ਜੀ ਦੱਸ ਨਹੀਂ ਸਕਦਾ, ਇੰਨਾ ਜ਼ਿਆਦਾ। ਮਹਾਰਾਜ ਹੱਸ ਪਏ, ਕਹਿਣ ਲੱਗੇ ਤੈਨੂੰ ਯੋਗਾ ਅਭਿਆਸ ਸਿਖਾਇਆ? ਕਹਿੰਦਾ ਹਾਂ ਜੀ। ਮਹਾਰਾਜ ਕਹਿੰਦੇ ਸਵਾਸ ਚੜਾਵੀਂ। ਸਵਾਸ ਚੜਾਏ, ਅਵਤਾਰਨ ਸ਼ਕਤੀ ਗੁਰੂ ਨੇ ਖਿੱਚ ਲਈ। ਥੋੜਾ ਚਿਰ ਅਸੀਂ ਸ਼ਾਦੀ ਹੋਈ ਨੂੰ ਘਰ ਵਾਲੀ ਨੇ ਜਗਾਇਆ, ਪਤੀ ਜੀ ਉੱਠੋ ਇਸ਼ਨਾਨ ਕਰੋ ਅੰਮ੍ਰਿਤ ਵੇਲਾ। ਪਰ ਹੁਣ ਪਤੀ ਦੇ ਸਵਾਸ ਹੋਣ ਤੇ ਉੱਠੇ ਨਾ। 10ਵੇਂ ਦਿਨ ਸਵਾਸ ਚੜਾਏ ਹੈ। ਬਾਹਰ ਤਾਰੇ ਵੇਖ ਕੇ ਟਾਈਮ ਦਾ ਅੰਦਾਜ਼ਾ ਲਾਇਆ ਕਿ ਪਹਿਰ ਰਾਤ ਰਹਿੰਦੀ ਹੈ। ਖਿਆਲ ਕੀਤਾ ਹੁਣੇ ਤੋਂ ਰੋਣਾ ਸ਼ੁਰੂ ਕੀਤਾ, ਕਦੋਂ ਸੰਸਕਾਰ ਹੋਵੇਗਾ, ਭੁੱਖੀ ਮਰ ਜਾਗੀ। ਪਹਿਲਾਂ ਪੇਟ ਪੂਜਾ, ਫਿਰ ਕੰਮ ਦੂਜਾ। ਇਹਨੂੰ ਚੇਤੇ ਰੱਖ ਕੇ ਕਹਿਣ ਲੱਗੀ ਪਹਿਲਾਂ ਖੀਰ ਬਣਾ ਕੇ ਛਕ ਲਈਏ। ਚੂਰੀ ਕੁੱਟ ਕੇ ਰੱਖ ਦਿੱਤੀ ਕਿ ਲੁੱਕ ਕੇ ਰਾਤ ਨੂੰ ਛਕ ਲਵਾਂਗੀ। ਹੁਣ ਉਹਨੂੰ ਦਿਸੀ ਸਾਰਾ ਕੁਝ, ਸੁਣੀ ਸਾਰਾ ਕੁਝ ਜਾਂਦਾ ਤੇ ਬੋਲ ਸਕਦਾ ਨਹੀਂ। ਲੱਗਾ ਚੇਤੇ ਕਰ 9ਵੇਂ ਪਾਤਸ਼ਾਹ ਨੂੰ ਬਚਾ ਲਓ। ਹੁਣ ਖਾਲਸਾ ਦੀ ਤਿਆਰੀ ਹੋ ਗਈ ਸੰਸਕਾਰ ਦੀ। ਇਸ਼ਨਾਨ ਕਰਵਾ ਕੇ ਸੰਸਕਾਰ ਵਾਸਤੇ ਲੈ ਚੱਲੇ। ਜਿੱਥੇ ਬਾਬਾ ਬਕਾਲਾ ਸਾਹਿਬ ਦਾ ਵੱਡਾ ਗੁਰਦੁਆਰਾ ਹੈ, ਉੱਥੋਂ ਦੀ ਲੰਘਣਾ ਸੀ। ਸਾਰੇ ਪਰਿਵਾਰ ਦੇ ਜੀ ਰੋਂਦੇ ਜਾ ਰਹੇ ਹੈ। ਘਰ ਵਾਲੀ ਵੀ ਕਹਿ ਰਹੀ ਹੈ ਕਾਂਤਾ ਸਵਰਗ ਸੁਧਾਰਿਆ, ਮੈਨੂੰ ਵੀ ਕਛ ਭਾਖ। ਕਾਂਤਾ ਸਵਰਗ ਸੁਧਾਰਿਆ, ਮੈਨੂੰ ਵੀ ਕਛ ਭਾਖ। ਰੱਜੀ ਹੋਈ ਆ ਬਾਸਪਤੀ ਚੌਲਾਂ ਦੀ ਤੇ ਸੋਲੇ ਗਾ ਰਹੀ ਪਤੀ ਦੇ ਵਿਛੋੜੇ ਦੇ। ਖਾਲਸਾ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਪਹੁੰਚੇ ਤਾਂ ਮਹਾਰਾਜ ਨੇ ਕਿਹਾ ਕਿ ਭਾਈ ਜੇ ਇਹਨੂੰ ਅਸੀਂ ਜਿੰਦਾ ਕਰ ਦਈਏ, ਹੁਣ ਕਿਹੜਾ ਐਸਾ ਮਨੁੱਖ ਹੈ ਜਿਹੜਾ ਪੁੱਤ ਮਰਿਆ ਹੋਵੇ ਨੌਜਵਾਨ ਅਵਸਥਾ 'ਚ ਤੇ ਸਾਲ ਕੋਈ ਕਹਿ ਦੇਵੇ ਮਾਪਿਆਂ ਨੂੰ ਜਾਂ ਘਰ ਵਾਲੀ ਨੂੰ, ਇਹ ਤਾਂ ਭਾਵੇਂ ਕਹਿ ਦੇਣ ਕਿ ਸੰਤ ਜੀ ਤੁਸੀਂ ਭਾਵੇਂ ਮਰ ਜਾਓ, ਸਾਡਾ ਜ਼ਰੂਰ ਜਿਉਂਦਾ ਕਰ ਦਿਓ, ਪਰ ਇਹ ਕੋਈ ਨਹੀਂ ਕਹਿੰਦਾ ਸੰਤਾ ਤੂੰ ਵੀ ਜਿਉਂਦਾ ਰਹਿ। ਗੁਰੂ ਸਾਹਿਬ ਨੂੰ ਕਹਿਣ ਲੱਗੇ ਜੀ ਆਪ ਸਮਰੱਥ ਹੋ। ਮਹਾਰਾਜ ਨੇ ਉਸ ਵੇਲੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਜਿੰਦਾ ਕਰ ਦਿੱਤਾ। ਤੇ ਘਰ ਵਾਲੀ ਫੇਰ ਲੱਗੀ ਪਖੰਡ ਜਾ ਕਰਨ, ਕਹਿਣ ਲੱਗੀ ਕਾਂਤਾ ਸਵਰਗ ਸੁਧਾਰਿਆ, ਮੈਨੂੰ ਵੀ ਕਛ ਭਾਖ। ਹੇ ਕੰਤਪਤੀ ਮੈਨੂੰ ਤਾਂ ਕੁਝ ਦੱਸ ਜਾਂਦਾ ਕਿੱਧਰ ਗਿਆ ਸੀ। ਉਹਨੂੰ ਪਤਾ ਲੱਗ ਗਿਆ ਤਾਂ ਠੱਗੀ ਵੱਜੀ ਹੈ। ਤੇ ਤਵੇਲਾ ਕਹਿਸਰ ਪ੍ਰੇਤ, ਇਹ ਤਾਂ ਪ੍ਰੇਤ ਪ੍ਰੇਤ ਕਹਿੰਦੀ ਸੀ, ਝੂਠੇ ਸੋਲੇ ਗਾਉਂਦੀ ਸੀ। ਉਸ ਵੇਲੇ ਉੱਤਰ ਦਿੱਤਾ, ਕਹਿਣ ਲੱਗਾ ਜੈਸੇ ਪਾਇਸ ਖਾਈਆ ਤੈਸੇ ਚੂਰੀ ਚਾਖ। ਪਾਇਸ ਨਾਮ ਹੈ ਖੀਰ ਦਾ। ਕਹਿਣ ਲੱਗਾ ਜਿਵੇਂ ਖੀਰ ਖਾ ਕੇ ਪੇਟ ਪੂਰਤੀ ਕੀਤੀ ਹੈ ਨਾ, ਇਸੇ ਤਰ੍ਹਾਂ ਜਿਹੜੀ ਚੂਰੀ ਲਕੋ ਕੇ ਰੱਖ ਕੇ ਆਈ ਕੁੱਟ ਕੇ, ਉਹ ਜਾ ਕੇ ਖਾ ਲੈ, ਹੋਣੀ ਤੇ ਰੜਕੇ ਚੜਾਂਗਾ। ਇਸ ਵਾਸਤੇ ਗੁਰੂ ਜੀ ਕਹਿੰਦੇ ਹਨ ਜਿੱਤ ਦਿਨ ਪੜੋ, ਜਿੱਤ ਦਿਨ
ਜਿਤ ਦਿਨ ਦੇਹ ਬਿਨਸੀ ਜਿਸ ਦਿਨ ਭਾਈ ਦੇ ਬਿਨਸੀ ਨਾਸ ਹੋਵੇਗੀ ਹੁੰਦੀ ਹੈ। ਵੇਲਾ ਕੈਸਨ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸੇ ਸਭ ਲਾਗਿਓ ਕੋ ਕਾਹੂ ਕੋ ਨਾਹੀ ਰਹਾਓ। ਸੁਖਮय ਆਨ ਬਹੁਤ ਮਿਲ ਬੈਠਤ रहत चौं दिस घेरै बिपत परी सभी संसारत को न आवत नेरै। घर की नार बहुत हित जास्यो सदा रहत संग लागी जब ही हंस तरी एक आया प्रेत प्रेत कर भागी। ए बिद को व्यवहार बने हो जास्यो निहो लगायो अंत बार नानक बिन हर जी को काम न आयो। चित वेला कहसन प्रेत उस वेले प्रेत प्रेत ही कहते सारे इस वेले पढ़ो इस करके बाणी पढ़ो सिमरन करो मोह तो बचो गुरु अगे अरदास करके। पकड़ चलाएन दूत जम जदों भाई जमदूत दे दूतां ने पकड़ के चला लिया नेकाईल मेकाईल असराईल जबराईल साधक ने पकड़ के जीव नूं तोड़ लिया अगे। किसा न देनी भेत उस वेले भेत नहीं देना किसी ने दसना नहीं किधर नूं चले हैं। घर वाली मित्र पुत्र सैन संबंधी सारे कोल बैठे नब्जा फड़ियां रह जाणगियां पता नहीं किहड़े पासे नूं कर्मां दे मारे नूं जाना पैना। छड़ खड़ो ते खिनै माहे खैर मात्र दे विच दी छड़ के परे हो जांदे आ। जिन सों लगा है भाई जिन्हां नाल प्रेत लाई बैठा कहंदे सानू चंबड़ गया। जे तां कोल माया होवे तां कहंदे साडा चंद है। बूटा सिंह सी रावलपिंडी दा इक तां नरकधारियां दा ओ नहीं एक होर सी ਉਹ ਵੀ ਮਹਾਂਪੁਰਖਾਂ ਨੂੰ ਮਿਲਿਆ ਸੀ। ਜਦੋਂ ਨੌਕਰੀ ਤੇ ਲੱਗਣ ਵਾਸਤੇ ਗਿਆ ਕਿਰਾਇਆ ਨਾ ਦਿੱਤਾ ਘਰਦਿਆਂ ਨੇ। ਜਦੋਂ ਨੌਕਰੀ ਤੇ ਲੱਗ ਗਿਆ ਕਹਿੰਦੇ ਸਾਡਾ ਬੂਟਾ ਸਿੰਘ ਚੰਦ ਹੈ। ਜਦੋਂ ਸਾਰੀ ਮਾਇਆ ਕੋਲੋਂ ਖੋਹ ਲਈ ਬਾਹਰ ਚਲਿਆ ਗਿਆ ਮਾਇਆ ਹੋਰ ਕੋਲੇ ਆ ਗਈ। ਕਹਿਣ ਲੱਗੇ ਜਦੋਂ ਪਹਿਲਾਂ ਜਾਣ ਲੱਗਾ ਘਰੋਂ ਉਹ ਕੰਬਲ ਵੀ ਉੱਪਰੋਂ ਲਵਾ ਲਿਆ ਜਿਹੜਾ ਨੌਕਰੀ ਤੋਂ ਲੈ ਕੇ ਆਇਆ ਸੀ। ਜਦੋਂ ਫੇਰ ਮਾਇਆ ਕੋਲੇ ਹੋ ਗਈ ਕਹਿੰਦੇ ਸਾਡਾ ਬੂਟਾ ਸਿੰਘ ਸੂਰਜ ਹੈ। ਕਹਿਣ ਲੱਗਾ ਹੁਣ ਨਹੀਂ ਸੂਰਜ ਡਿੱਕੇ ਚੜ੍ਹਦਾ। उस वेले उन्हें बाग लाए एक गुरुद्वारा पाया संगत विच माया कत्तर कर लग पिया भाव लाउण लग पिया खर्च कर लग पिया। जदों माया कोल होवे उदों खालसा जी इहदे नाम इसे वास्ते का परसू परसा परसराम इन माया के तीन नाम नहीं ते परसू ही है ते वाह होवे ते परसा धनी होवे ते परसराम। इस वास्ते माया जिहड़ी है जे कोल होवे ते सारे प्रेम करदे तीन मित्र मन्ने है एक माया एक परालब्ध एक कर्म ये तीन मित्र है। माया तदों तक है जो परालब्ध बनी होवे। कर्म भी खालसा जी जे तो चंगे है तो चंगे पासे जे खोटे है तो नरक दे भागी बनाउंदे हन। ये मित्र समय समय मुताबिक है। धन इत्थों दे मित्र है मनुख खालसा जी भूम मसाणका तक मित्र है ते परालब्ध जो खत्म हो गए तो परलोक नूं जाना ही जाना है। इस वास्ते महाराज कहंदे छड्ड खड़ोते खिने माहे खिन मात्र दे विच छड्ड के जिन्हां दे नाल प्रेम कीता सी दूर हो गए। जिन्हां नाल वरती पता उन्हां नूं है महापुरखां नाल भी वरत सी। एक आया सी अमरीक सिंह भी स्टेज ते बैठा कंन खराब हो गया सी। घरदिआं ने 5 रुपये ਕੰਨ ठीक कराउण वास्ते नहीं सी दित्ते महापुरखां ने। उदों निक्का जिहा सी छोटा जिहा पढ़दा होना तीजी चौथी च मसा इत्थे कि होवेगा ते सारिआं ने साथ छड्ड दित्ता सी। ते जिस दिन बख्शिश हो गई सारे कहण लग पे साडा है। उदों तक ही है जदों तक किरपा हुंदी है नहीं तो सब छड्ड के पासे हो जांदे हन। इसे तरह दास नाल भी किसी समय च वापरी सी। हथ मरोड़ा तन कपे जदों भाई अंत दा समा हो गया हथ मरोड़नगे जमदूत शरीर कंबेगा उस वेले। जेड़ा स्यो वर्गा लाल दगदा रंग करदा है काला हो जाएगा मरे तो चिट्टा हो जाएगा पानी पानी रह जाएगा शरीर च। भाई जिहो जा शरीर रूपी धरती च बीजा हो जा लुणा वढना पवेगा। ये कर्मां दा शरीर आ खालसा जी जैसी कलम उड़ी है मस्तक तैसी जी जेड़े पास जैसा बीजा सो लुणा। जिहो जा कोई बीज बीजेगा बीज सो बचन करे हन सतगुरु सच्चे पातशाह ने भाले दाख बजौरियां किकर बीजा जट हंडा उन कताए दा पैंदा लोड़ा पट। बीज दा तां पापा रूपी किकरां दे बीज है ते भाल दा बैकुंठ रूपी देश दियां मुक्तियां रूपी बजौर दियां दाखां भालदा है। सो ऐसा नहीं कदे प्राप्त होवेगा जे पापा रूपी किकरां दे बीज बीजे है ते नरकां रूपी किकरां दी छाई प्राप्त होवेगी।
ਇਹ ਕਿਕਰਾਂ ਦੀਆਂ ਸੂਲਾਂ ਦਾ ਦੁੱਖ ਭੋਗਣਾ ਪਵੇਗਾ। ਨਾਨਕ ਪ੍ਰਭ ਸਰਨਾਗਤੀ। ਸੋ ਸਤਿਗੁਰੂ ਜੀ ਅੱਗੇ ਬੇਨਤੀ ਕਰੀਏ, ਹੇ ਪਰਮੇਸ਼ਰ ਆਪ ਜੀ ਸਰਨ ਨੂੰ ਗਤੀ ਪ੍ਰਾਪਤ ਹੋਏ ਹਾਂ। ਚਰਨ ਗੋਹਿਤ ਪ੍ਰਭ ਦੇਤ। ਇਹ ਬੇਨਤੀ ਕਰੀਏ, ਚਰਨਾਂ ਰੂਪੀ ਬਹੁਤ ਜਹਾਜ਼ ਹੈ ਪ੍ਰਭੂ ਦੇਤ ਦੇਣਾ ਕਰੋ। ਜਿਹੜਾ ਬਣ ਜਾਵੇ ਉਹਨਾਂ ਨੂੰ ਚਰਨ ਜੋ ਅਰਧ ਸਥਾਨ ਆਸਰਾ ਰੂਪ ਹੈ, ਉਹ ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋਤਰੇ ਪਾਰ ਰੂਪ ਜੋ ਜਹਾਜ਼ ਹੈ, ਬਹੁਤ ਨਾਮ ਜਹਾਜ਼ ਦਾ ਹੈ। ਉਹ ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਦੇਤ ਦੇ ਦਿੰਦਾ ਹੈ। ਦਿੰਦਾ ਸੀ, ਜਿਹੜਾ ਜਪੇਗਾ ਉਹਨਾਂ ਨੂੰ ਦੇਵੇਗਾ। ਹੁਣ ਤਾਂ ਚਰਨਾਂ ਦਾ ਵੀ ਬੜਾ ਭਾਰੀ ਰੌਲਾ ਪਿਆ ਫਿਰਦਾ ਹੈ। ਨਰਕਧਾਰੀਏ ਕਹਿੰਦੇ ਸਾਡੇ ਮੁੱਠੇ ਹੀ ਮੂੰਹ ਚਲੋ। ਰਾਧਾ ਸਵਾਮੀ ਕਹਿੰਦੇ ਅਸੀਂ ਮੈਲ ਹੀ ਨਹੀਂ ਲੱਗਣ ਦਿੰਦੇ ਪੈਰ ਨੂੰ, ਬੜਾ ਪਾਣੀ ਉੱਧਰ ਚਿੱਟਾ ਹੀ ਰਹਿੰਦਾ ਹੈ। ਇੱਕ ਹੋਰ ਹੀ ਜੰਮ ਪਿਆ ਇੱਧਰ ਗੁਰਦਾਸਪੁਰ ਦੇ ਇਲਾਕੇ 'ਚ, ਉਹ ਕਹਿੰਦਾ ਮੇਰੀ ਅੱਡੀ ਚੰਗੀ ਹੈ, ਵੀ ਧੋ ਕੇ ਪੀ ਲਿਆ ਕਰੋ, ਅੰਗੂਠਾ ਨਹੀਂ ਮੂੰਹ 'ਚ ਪਾਉਣਾ। ਤੇ ਇਸ ਤਰ੍ਹਾਂ ਦੇ ਬੜੇ ਪਖੰਡੀ ਹੈ। ਪਰ ਭਾਈ ਇੱਕ ਗੁਰੂ ਕਾ ਗੁਰਸਿੱਖ ਕਵੀ ਹੋਇਆ ਨਿਹਾਲ ਸਿੰਘ, ਉਹਨੇ ਕਲਗੀਧਰ ਦੇ ਚਰਨਾਂ ਦਾ ਜ਼ਿਕਰ ਕੀਤਾ ਹੈ। ਜੋਈ ਪਾਦ ਲక్ష్ਮੀ ਝਸਤ ਮੰਝ ਦੀਨਾਨਾਥ, ਜੋਈ ਪਾਦ ਨਾਂਗੇ ਦੌਰੇ ਗਜ ਹਿਤ ਹੇਰੇ ਹੈ। ਜੋਈ पाद गौतम की नार को सुगध पए, जोई पाद नेतकी के पाछे पहचेरे है। जोई पाद ऋषि मुनि सब सेवत है, जोई पाद काज ने पकड़ कर फेरे हैं। साहब मुकंद महाराज श्री गुरु गोबिंद सिंह, खोज खोज देखे सोई पाद तेरे हैं। ऐसे तेरे पवित्र चरण है, ऐसे सतगुर सच्चे पातशाह चरणों रूपी जहाज का आसरा किरपा करके सानू भी बख्शो। सो खालसा जी टाइम हो सकता वध लग गया होवे, संगत खिमा बख्शे। हुण भोग पवेगा। भोग तो उपरंत ज्ञानी रागी भाई बलवीर सिंह जी जिहड़े दिल्ली वाले करके मशहूर है, वो कीर्तन अद्धा घंटा करनगे। उस तो पिछों अगला प्रोग्राम जो होवेगा वो कीर्तन के टाइम से बेनती की जाएगी। सो सारियां संगतां दे चरणां विच बेनती है कि इसे तरह टिका नाल बैठे रहना है। तोय नरक ना पाइया है। सतगुरु जी बेनती की गुरु साहिबान नूं सच्चे पातशाह महीने का आप जी ने करतब दसिया है। इस महीने द्वारा बड़ा आप जी ने दसा कि जीव कष्ट भोगदा है, पर की मुक्ति भी हो सकती, भला भी है। महाराज कहते हाँ सुनो, पढ़ो पंक्ति फेर रहे से तोय नरक ना पाइया है। महाराज कहते भाई से ओ नरक ना पाई है, नहीं पावेगा। कौन कहते भा दोए। भा नाम है साड़न का, कहते भा दिती साड़ दिती फलानी चीज भस्म हो गई। भा नाम है साड़ना, ते दो नाम है दुबदा दा। जिन्हों ने ब्रह्म अभ्यास रूपी भाव प्रकाश अग दे नाल दुबदा नूं निवृत्त करन रूप साड़ दिता है। ना नरक ना पाई है, ना नहीं, ना निश्चय करके ते ना मनुख। नन्ना अखर मुक्ता है, ना नाम है नहीं दा, ना नाम है मनुख दा, ना नाम है निश्चय दा। ना नहीं ओ से ओ, ना मनुख निश्चय करके नरक ना पाई है। नहीं पवेगा नरक विच ओ मनुख कौन। गुर रखण वाला हेत। गुर रखण वाला हेत, जिहड़ा गुरु दे नाल हेत रखण वाला मनुख है, प्रेम करन वाला मनुख है, नरक ना पाई है। वो नहीं पवेगा। ते जिहड़ा पखंडी नाल है वो जरूर पवेगा। नरक पाई है। ते ना गुर रखण वाला हेत, जिहड़ा नहीं रखण वाला हेत गुरु नाल, नरक पाई है। ते जिहड़ा प्रेम रखण वाला नरक ना पाई है, वो नहीं कदे भी पवेगा। इस वास्ते पूर्ण गुरु ग्रंथ साहिब दे नाल आपां प्रेम करिए, खंडे बाट दा अमर छकीए, गुरु दे लड़ लगीए ते दुविधा तो बचिए। अज बुधवार दे नानक प्रभ शरणागति, चरण गोहित प्रभ देत। से तोय नरक ना पाइया है, गुरु रखण वाला हेत। पद भरम भुलाणिया, दूजा लगा हेत। लख सिगार बनाया, कारज नाही केत।
ਜੈਤ ਦੇਨ ਦੇ ਬਿਨਸ ਸੀ ਤਿਤ ਵੇਲਾ ਕਹਿਸਨ ਪਰੇਤ ਪਕੜ ਚਲਾਇਨ ਦੂਤ ਜਾਮ ਕਿਸੈ ਨ ਦੇਨੀ ਭੇਤ ਛੱਡ ਖੜੋ ਤੇ ਖਿਨ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜਾ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬੀਜੈ ਸੋ ਲੁਣਾ ਕਰਮ ਸੰਧੜਾ ਖੇਤ ਨਾਨਕ ਪ੍ਰਸਰਣ ਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋ ਨਰਕ ਨ ਪਾਈਆ ਗੁਰ ਰੱਖਣ ਵਾਲਾ ਹੇਤ ਸੇ ਭਾਦੋ ਨਰਕ ਨ ਪਾਈਆ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ।